ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਬੁਲਾਵੈ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात न पूछता, गुर सतगुर संग कीरे हम थापे। तन तन गुरु नानक जन केरा, जित मिले चुके सब सोग संतापे। सारे आखो जी, तन तन गुरु नानक जन केरा, जित मिले चुके सब सोग संतापे। वाहिगुरु जी का खालसा, वाहिगुरु जी की फतेह। कोई सजन मिले, उन्होंने मैं पूछा भी तुसी गुरबाणी में ਆਪਾਂ पढ़ते हैं सारी ते रोज पढ़ते हैं। सबना मरना आया, बोलोगे? सबना मरना आया, विछोड़ा सब। एक दिन ते आपा इस संसार नूं छोड़ के शरीर करके चले जाना, ते कोई तैयारी भी की है जान दी? कभी सोचा भी असी ये तैयारी करिए कि संसार नूं आपां छड़ के चले जाना? कहने लगे जी हाँ, मैं बड़ा खुश होया। मैं जी की तैयारी की है? कहते जी दो बच्चे ने, दोवां दे नाम एक एक फ्लैट बना के देता है। दो बच्चे ने, दोवां दे नाम एक एक फ्लोर पॉश एरिए विच पीर विहार विच लैके दे दिता है। मैं उन्हां वल शक्ल वल देखिया, मैं कहा होर? कहंदे होर मैं अपनी टर्म लाइफ पॉलिसी करा देती है। टर्म लाइफ समझ दो भी मरण तो बाद पैसे मिलते हैं परिवार को। टर्म लाइफ पॉलिसी करा देती है 1 करोड़ रुपए की। जे मैनू कुछ हो गया तो परिवार को पिछों 1 करोड़ भी मिलेगा। मैं कहा जी होर? कहते ने बच्चे सियाने ने, पढ़ लिख गए ने, जड़ी कुड़ी है उसका ब्याह कर दिता है, ये भी जिम्मेदारी मैं ला देती है। मैं कहा जी होर? कहने होर की चाहिए? सब हो गया। मैं क्या मतलब जिस करके संसार में तुसी आए सी वो काम तुसी कर लिया ना। जिस करके संसार में तुसी आए सी वो काम तुसी कर लिया। अच्छा किसी की डेथ इस तरह हो जाती है ना, असं उत्थे जाने तो सारे यही गल्लां करते हैं कि भी चलो चंगा अपने बच्चे ब्याह गया, चलो बच्चे वड्डे सी, चलो कोई गल नहीं। किसी को ये फिक्र नहीं है कि भाई जिस काम करके संसार में आया सी वो काम होया कि नहीं होया। जिस काम करके हुणे आपां पढ़दे सी भजो गोबिंद, ये जिहड़ा काम सीगा, जिहड़ी ये बेनतियां कर रही सी कि बहुते फेर पए किरपन को, अब किस कृपा कीजिए, ये तो कीती ही ना। ਆਪਾਂ ਸਾਰਿਆਂ ਨੇ ਹੁਣ ਪੜਿਆ, ਹੁਣ ਉੱਤੋਂ ਪੜਿਆ ਕਿ ਅੰਦਰੋਂ ਪੜਿਆ ਤੁਸੀਂ ਜਾਣਦੇ ਹੋ।
ਤੁਹਾਡੀਆਂ ਤੁਸੀਂ ਜਾਣਦੇ ਹੋ, ਮੇਰੀਆਂ ਮੈਂ ਜਾਣਦਾ ਕਿ ਅਸੀਂ ਉਹਨੂੰ ਕਿਸ ਹੱਦ ਤੱਕ ਗਹਿਰਾਈ ਪੜ੍ਹਿਆ ਜਾਂ ਨਹੀਂ ਪੜ੍ਹਿਆ, ਉਹ ਸਾਡੀ ਆਪਣੀ ਸੋਚ ਹੈ। ਜਦੋਂ ਅਸੀਂ ਅੱਜ ਨਾ ਬਜ਼ੁਰਗਾਂ ਦੀ ਯਾਦ ਵਿੱਚ ਬੈਠੇ ਹਾਂ, ਸਾਡਾ ਪਰਪਸ ਕੀ ਹੁੰਦਾ ਕਿ ਅਸੀਂ, ਕਿਉਂਕਿ ਗੁਰਬਾਣੀ ਦੀ ਸੇਧ ਲੈ ਕੇ ਤਾਂ ਬੈਠਦੇ ਹਾਂ ਕਿਉਂਕਿ ਅਸੀਂ ਗੁਰਬਾਣੀ ਤੋਂ ਕੁਝ ਸਿੱਖ ਸਕੀਏ। ਉਹਦੇ ਬਹਾਨਾ ਚਲੋ ਅਸੀਂ ਕੋਈ ਨਾ ਕੋਈ ਬਹਾਨੇ ਸਿਰ ਅਸੀਂ ਬੈਠਦੇ ਹਾਂ। ਪਰਪਸ ਤੇ ਹੈ ਕਿ ਉਹਨਾਂ ਨੇ ਆਪਣਾ ਜੀਵਨ ਬਹੁਤ ਚੰਗਾ ਬਿਤਾਇਆ। ਅਸੀਂ ਹੁਣ ਗੁਰੂ ਤੋਂ ਸੇਧ ਲੈ ਕੇ ਆਪਣੇ ਜੀਵਨ ਵੱਲ ਦੇਖਣਾ ਵੀ ਅਸੀਂ ਹੁਣ ਕੀ ਕਰਨਾ, ਸਾਡਾ ਕੀ ਪਰਪਸ ਹੈ ਲਾਈਫ ਦਾ, ਸਾਡਾ ਅਸੀਂ ਕਰ ਕੀ ਰਹੇ ਹਾਂ। ਅਸੀਂ ਅਗਰ ਜੋ ਕਰਨਾ ਆ ਕਿ ਅਸੀਂ ਉਹ ਕਰ ਰਹੇ ਹਾਂ, ਗੁਰੂ ਸਾਨੂੰ ਕਹਿੰਦਾ ਜਹ ਮੁਖ ਪਾਂਚੋਂ ਅੰਮ੍ਰਿਤ ਖਾਏ, ਪੜੋਗੇ, ਜਹ ਮੁਖ ਪਾਂਚੋਂ ਅੰਮ੍ਰਿਤ ਖਾਏ, ਤਹ ਮੁਖ ਦੇਖਤ ਲੁਕਟ ਲਾਏ, ਤਹ ਮੁਖ ਦੇਖਤ ਲੁਕਟ ਲਾਏ। ਲੁਕਟ ਮਤਲਬ ਅਗਨੀ, ਚੌਥੀ, ਜਿਹਨੂੰ ਅੱਗ ਕਹਿੰਦੇ ਨੇ। ਅੱਗ ਦਾ ਜਿਵੇਂ ਜਦੋਂ ਕੋਈ ਮਰਦਾ ਤੇ ਉਹਨੂੰ ਅੱਗ ਦਾ ਬਣਾ ਕੇ ਨਾ ਤੇ ਉਹਦੇ ਮੂੰਹ ਵੱਲ, ਮੁਖ ਕਿਹਾ ਕਿਉਂਕਿ ਕਹਿੰਦੇ ਮੂੰਹ ਵੱਲ ਅਗਨੀ, ਮੂੰਹ ਅਗਨੀ ਦਿਓ, ਮੂੰਹ ਤੋਂ। ਪੈਰਾਂ ਵੱਲੋਂ ਕੋਈ ਲਾਉਂਦਾ, ਪੈਰਾਂ ਵੱਲੋਂ ਅਗਨੀ ਲਾਉਂਦੇ। ਕਹਿੰਦੇ ਨੇ ਤੈ ਮੁਖ ਦੇਖਤ ਲੁਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਜਦੋਂ ਇਹ ਦੇਖਿਆ ਨਾ, ਅਸੀਂ ਹੁਣ ਰੋਜ਼ ਦੇਖਦੇ ਹਾਂ, ਅਸੀਂ ਹੁਣ ਰੋਜ਼ ਦੇਖਦੇ ਹਾਂ। ਕਬੀਰ ਸਾਹਿਬ ਗਏ ਸ਼ਮਸ਼ਾਨ ਘਾਟ, ਤੇ ਸ਼ਮਸ਼ਾਨ ਘਾਟ ਜਾਂਦਿਆਂ ਰੋਜ਼ ਜਾਂਦੇ ਸੀਗੇ। ਰੋਜ਼ ਜਾ ਕੇ ਐਵੇਂ ਕਬੀਰ ਸਾਹਿਬ ਬਾਰੇ ਜਦੋਂ ਮੈਂ ਪੜ੍ਹਿਆ ਨਾ ਕਦੀ ਬੜੀ ਪਹਿਲੇ, ਤੇ ਐਵੇਂ ਕਹਿੰਦੇ ਸੀ ਵੀ ਉਹ ਬੰਦਗੀ ਕਰਦੇ ਸੀ ਤੇ ਉਹਦੇ ਵਿੱਚ ਜਾ ਕੇ ਮੜੀਆਂ ਵਿੱਚ ਜਾ ਕੇ ਕਰਦੇ ਸੀ। ਤੇ ਉਹਨਾਂ ਨੇ ਲਿਖਿਆ ਕੇਸ ਜਲੇ ਜੋ ਹਾੜ ਜਲੇ ਜੋ ਲਾਕੜੀ, ਕੇਸ ਜਲੇ ਜੋ ਘਾਸ। ਜਿਵੇਂ ਮੈਂ ਜਲਦਾ ਹੋਇਆ ਵੇਖਦਾ ਨਾ ਸਰੀਰ ਕਿਸੇ ਦਾ, ਤੇ ਮੈਂ ਦੇਖਦਾ ਹਾੜ ਜਿਹੜੀ ਹੱਡੀਆਂ ਨੇ ਉਹ ਜਲਦੀਆਂ ਨੇ ਜਿਵੇਂ ਲੱਕੜੀ ਜਲਦੀ ਹੈ। ਹਾੜ ਜਲੇ ਜੋ ਲਾਕੜੀ, ਕੇਸ ਜਲੇ ਜੋ ਘਾਸ। ਜਿਵੇਂ ਕੇਸ ਜਲਦੇ ਨੇ ਉਹ ਘਾਸ ਵਰਗੇ ਜਲਦੇ ਨੇ। ਤੇ ਅੱਗੇ ਲਿਖਿਆ ਇਹ ਜਗ ਜਲਤਾ ਦੇਖ ਕੇ ਭਏ ਕਬੀਰ ਉਦਾਸ। ਮੈਂ ਸੰਸਾਰ ਵੱਲੋਂ ਉਦਾਸ ਹੋ ਗਿਆ ਵੀ ਆਖਰ ਜੇ ਇੱਥੇ ਰਹਿਣਾ ਹੀ ਨਹੀਂ ਜਾਂ ਰਹਿਣਾ ਨਹੀਂ ਇਹ ਤੇ ਜਗ ਜਾਂ ਐਵੇਂ ਬੋਲੋ ਨਾ, ਸਾਰੇ ਬੋਲੋ ਨਾ। ਨੀਂਦ ਨੂੰ ਨਾ ਆ ਜਾਏ, ਟਾਈਮ ਹੋ ਗਿਆ ਨੀਂਦ ਸੌਣ ਦਾ, ਸਵੇਰ ਤੋਂ ਉੱਠੇ ਤੁਸੀਂ ਸਾਰੇ ਤੇ ਟੋਲ ਲਾ ਕੇ ਕੋਈ ਨਾ ਬੈਠੇ। ਮੇਰੀ ਹੱਥ ਜੋੜ ਕੇ ਬੇਨਤੀ, ਹੱਥ ਜੋੜ ਕੇ ਬੇਨਤੀ, ਜੇ ਕਿਸੇ ਦਾ ਸਰੀਰ ਅਰੋਗ ਹੈ, ਸਤਿਗੁਰੂ ਨੇ ਜਹ ਪ੍ਰਸਾਦ ਆਰੋਗ ਕੰਚਨ ਦੇਹੀ ਦਿੱਤੀ ਹੈ, ਤੇ ਸੁਚੇਤ ਹੋ ਕੇ ਉਹਦਾ ਧਿਆਨ ਕਰੀਏ। ਆਪਾਂ ਐਵੇਂ ਟੋਟਾ ਲਾ ਕੇ ਨਾ, ਜਿਹਨੂੰ ਕੋਈ ਮਜਬੂਰੀ ਹੋ ਵੱਖਰੀ ਗੱਲ ਹੈ। ਉਹਨੂੰ ਇਹ ਆਖਿਆ, ਕਬੀਰ ਸਾਹਿਬ ਨੂੰ ਕਿਹਾ ਬਈ ਮੈਂ ਇਹ ਸਭ ਦੇਖ ਕੇ ਜਾਂ ਰਹਿਣਾ ਨਾ ਇਹ ਤੇ ਜਗ ਸਭ ਕਾਇਤ ਗਰਭ ਹੰਡੀ ਹੈ। ਮੈਂ ਕਿਸ ਗੱਲ ਦਾ ਮਾਣ ਕਰਕੇ ਬੈਠਾ, ਕਿਹੜੀ ਗੱਲ ਦਾ, ਜੇ ਮੈਨੂੰ ਪਤਾ ਇੱਥੇ ਰਹਿਣਾ ਹੀ ਨਹੀਂ, ਇੱਥੋਂ ਤੁਰ ਹੀ ਜਾਣਾ, ਤੇ ਫਿਰ ਮੈਂ ਕਮਲਜੀਤ ਸਿੰਘ ਬਣ ਕੇ ਕਿਉਂ ਬੈਠਾ। ਅੱਜ ਨਾ ਮੇਰਾ ਇਰਾਦਾ ਸੀ ਕਿ ਆਪਾਂ ਇੱਕ ਸ਼ਬਦ ਦੀ ਵਿਚਾਰ ਕਰੀਏ। ਮੈਂ ਇਸ ਵੇਲੇ ਪ੍ਰਿੰਸ ਵੀਰ ਨੂੰ ਕਿਹਾ ਵੀ ਆਪਾਂ ਸ਼ਬਦ ਉਹ ਪੜ੍ਹੇ ਇੱਕ ਇੱਕ ਪੰਕਤੀ ਕਰਕੇ। ਹੁਣ ਸਮਾਂ ਥੋੜਾ, ਗੁਰੂ ਕਿਰਪਾ ਕਰੇ, ਅਸੀਂ ਕੋਸ਼ਿਸ਼ ਕਰਨੇ ਆ ਉਸ ਸ਼ਬਦ ਦਾ, ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦਾ ਕਿ ਕੀ ਮਹਾਰਾਜ ਕਹਿਣਾ ਚਾਹੁੰਦੇ ਨੇ ਉਹਨਾਂ ਪੰਕਤੀਆਂ ਵਿੱਚ। ਜੇ 5-7 ਮਿੰਟ ਉੱਪਰ ਵੀ ਹੋ ਜਾਣ ਤੇ ਮੈਨੂੰ ਮਾਫ ਕਰ ਦੇਣਾ। ਤੇ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ, ਨਾਲ ਨਾਲ ਚੱਲਾਂਗੇ ਆਪਾਂ ਸਾਰੇ। ਮੇਰੀ ਇਹ ਬੇਨਤੀ ਹੈ ਵੀ ਇਹ ਸ਼ਬਦ ਨਾਲ ਚੱਲਣ ਦਾ ਮਤਲਬ ਹੈ ਅਸੀਂ ਗੁਰੂ ਸਾਹਿਬ ਦੇ ਹੱਥ ਵਿੱਚ ਹੱਥ ਪਾਇਆ। ਇਹ ਦੇਖੋ, ਇਹ ਜਿਵੇਂ ਮੈਂ ਇਹ ਮਿਲਨ ਦੇ ਹੱਥ ਵਿੱਚ ਹੱਥ ਪਾਇਆ ਨਾ, ਐਵੇਂ ਕਰਕੇ, ਤੇ ਐਵੇਂ ਇਹ ਮਤਲਬ ਹੈ। ਇਸ ਤਰ੍ਹਾਂ ਅਸੀਂ ਚੱਲਦੇ ਹਾਂ ਗੁਰੂ ਸਾਹਿਬ ਦੇ ਹੱਥ ਵਿੱਚ ਹੱਥ ਪਾ ਕੇ। ਜੇ ਹੱਥ ਵਿੱਚ ਹੱਥ ਪਾ ਕੇ ਚੱਲਣਾ ਸ਼ਬਦ ਦੇ ਨਾਲ ਨਾਲ, ਸੁਚੇਤ ਰਿਹਾ ਜੇ ਇਹ ਨਾ ਹੋਵੇ ਕਿਤੇ ਬਿਰਤੀ ਖਿੰਡ ਜਾਏ ਤੇ ਗੁਰੂ ਸਾਹਿਬ ਦਾ ਹੱਥ ਛੁੱਟ ਜਾਏ, ਛੁੱਟੇ ਨਾ। ਹੱਥ ਵਿੱਚ ਹੱਥ ਪਾ ਲਓ ਮਹਾਰਾਜ ਦੇ, ਤੇ ਸ਼ਬਦ ਵੱਲ ਚੇਤਾ ਕਰੋ, ਸ਼ਬਦ ਵਿੱਚ ਅਸੀਂ ਡੁੱਬੀਏ, ਸ਼ਬਦ ਵਿੱਚ ਉਤਰੀਏ। ਮਹਾਰਾਜ ਕਿਰਪਾ ਕਰੇ। ਹਾਂਜੀ, ਪਹਿਲੇ ਆਪਾਂ ਰਾਹੁਲ ਦੀ ਪੰਕਤੀ ਪੜਾਂਗੇ। बाबा बोलते ते कहाँ गए, देही के संग रहते, सूरत माहे जो नृत्य करते, कथा वार्ता कहते। ਇਹ ਸ਼ਬਦ ਆਪ ਜੀ ਨੇ ਕਈ ਵਾਰੀ ਦਰਬਾਰ ਸਾਹਿਬ ਤੋਂ ਬੜੇ ਵੱਡੇ 31,000 ਲੈਣ ਵਾਲੇ ਰਾਜਿਆਂ ਕੋਲੋਂ ਸੁਣਿਆ। ਉਹ ਪੜ੍ਹਦੇ ਉੱਥੇ ਨੇ ਜਿੱਥੇ ਕੋਈ ਮੌਤ ਹੋ ਜਾਂਦੀ ਹੈ।
ਹੁਣ ਮੈਂ ਇੱਕ ਬੇਨਤੀ ਕਰਾਂ, ਕਿਸੇ ਦੀ ਸਰੀਰਕ ਮੌਤ ਨਾਲ ਇਸ ਸ਼ਬਦ ਦਾ ਕੋਈ ਸੰਬੰਧ ਨਹੀਂ। ਮੈਂ ਕੀ ਬੇਨਤੀ ਕੀਤੀ ਜੀ? ਕਿਸੇ ਦੀ ਸਰੀਰਕ ਮੌਤ ਤੇ ਪੜਨ ਦਾ ਇਸ ਸ਼ਬਦ ਦਾ ਕੋਈ ਸੰਬੰਧ ਨਹੀਂ। ਇਹ ਸ਼ਬਦ ਉੱਥੇ ਪੜਿਆ ਜਾਏ, ਇਹ ਸ਼ਬਦ ਉਸ ਪ੍ਰਥਾਏ ਪੜਿਆ ਗਿਆ ਹੈ। ਕਿਉਂਕਿ ਹੁੰਦਾ ਕੀ ਹੈ, ਜਦੋਂ ਅਸੀਂ ਬਾਰ-ਬਾਰ ਜਦੋਂ ਅਸੀਂ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਸੰਗਤ ਕਰਦੇ ਹਾਂ, ਜਦੋਂ ਅਸੀਂ ਅਸੀਸ ਲੈਂਦੇ ਹਾਂ ਗੁਰੂ ਸਾਹਿਬ ਦੀ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਤੇ ਮਨੁੱਖ ਦੇ ਸੁਭਾਅ ਵਿੱਚ ਤਬਦੀਲੀ ਆਉਂਦੀ। ਤੇ ਮੈਂ ਇਹ ਵੀ ਬੇਨਤੀ ਕਰਦਾ, ਜੇ ਤਬਦੀਲੀ ਨਹੀਂ ਆ ਰਹੀ ਤੇ ਸਮਝ ਲੈਣਾ ਅਜੇ ਸੰਗਤ ਕੀਤੀ ਪ੍ਰਵਾਨ ਨਹੀਂ ਹੋਈ। ਗੁਰ ਲਾਗਾ ਤਬ ਜਾਣੀਏ, ਮਿਟੇ ਮੋਹ ਤਨ ਤਾਪ, ਹਰ ਇੱਕ ਸੋਗ ਦਾਜੇ ਨਹੀਂ, ਤਬ ਹਰ ਆਪੇ ਆਪ। ਇਹ ਨਿਸ਼ਾਨੀ ਨੇ ਜਦੋਂ ਕਿ ਮੈਨੂੰ ਗੁਰੂ ਮਿਲ ਗਿਆ। ਮੈਂ ਵਿਸਤਾਰ ਵਿੱਚ ਬਹੁਤਾ ਨਹੀਂ ਜਾ ਸਕਦਾ ਅੱਜ। ਕਹਿਣ ਲੱਗੇ, ਪਹਿਲੇ ਇੱਕ ਅਵਸਥਾ ਸੀ, ਅਸੀਂ ਇਹ ਪੜ੍ਹਦੇ ਹਾਂ ਜਦੋਂ ਮਸਕੀਨ ਜੀ ਚਲਾਣਾ ਕਰਕੇ ਨਾ ਸੰਸਾਰ ਤੋਂ ਚਲੇ ਗਏ ਸਰੀਰ ਕਰਕੇ, ਤਾਂ ਦਰਬਾਰ ਸਾਹਿਬ ਸਾਰਾ ਦਿਨ ਇਹੀ ਸ਼ਬਦ ਲਗਾ ਰਹਿੰਦਾ ਸੀ। ਮੈਨੂੰ ਚੇਤਾ ਹੈ, ਮੈਂ ਕਿਸੇ ਨੂੰ ਪੁੱਛਿਆ, ਭਾਈ ਸਾਹਿਬ ਨੂੰ, ਰਾਗੀ ਸਿੰਘ ਨੂੰ, ਵੀ ਇਹਦਾ ਇਹ ਮਤਲਬ ਥੋੜੀ ਹੈ। ਤੇ ਉਹ ਮੈਨੂੰ ਸਮਝਾ ਨਹੀਂ ਸਕੇ ਕੋਈ ਗੱਲ, ਆਪਾਂ ਗੱਲ ਬਣੀ ਨਹੀਂ, ਮੇਰਾ ਮਤਲਬ ਇਹ ਹੈ। ਲੇਕਿਨ ਮੈਂ ਬਹੁਤ ਚਿਰ ਤੋਂ ਸੋਚਦਾ ਵੀ ਇਹ ਸ਼ਬਦ ਕਿਉਂ ਪੜਿਆ ਜਾਂਦਾ ਜਦੋਂ ਕੋਈ ਚਲਾਣਾ ਕਰ ਜਾਂਦਾ। ਤੇ ਵੀ ਬਾਬਾ ਬੋਲਤੇ ਤੇ ਕਹਾਂ ਗਏ, ਥੇ ਨਹੀਂ ਪੜਦਾ, ਤੇ ਹੈਗਾ। ਬਾਬਾ ਬੋਲਤੇ ਤੇ ਕਹਾਂ ਗਏ। ਹੁਣ ਤੁਹਾਨੂੰ ਜਿਹਨਾਂ ਨੂੰ ਸ਼ੌਂਕ ਹੈਗਾ ਉਹਨਾਂ ਨੂੰ ਸਮਝ ਆਏਗਾ ਔਰ ਆਨੰਦ ਵੀ ਆਏਗਾ। ਜੇ ਕਿਸੇ ਨੂੰ ਅੰਦਰ ਜਗ੍ਹਾ ਹੈਗੀ ਆ ਕੇ ਬਹਿਣਾ ਤੇ ਬਹਿ ਵੀ ਜਾਓ। ਬਾਬਾ ਬੋਲਤੇ ਤੇ ਕਹਾਂ ਗਏ, ਬੋਲਦੇ ਸੀ, ਕਿੱਥੇ ਗਏ? ਹੁਣ ਤੁਸੀਂ ਤਾਂ ਸਿੱਧਾ ਕਹੋਗੇ ਜੀ ਹਾਂ, ਜਦੋਂ ਕੋਈ ਮਰ ਜਾਂਦਾ ਤਾਂ ਹੀ ਬੋਲਣਾ ਬੰਦ ਹੁੰਦਾ ਹੈ, ਲੇਕਿਨ ਜੀਂਦਿਆਂ ਜੀ ਬੋਲਣਾ ਬੰਦ ਹੁੰਦਾ ਹੈ। ਗੁਰੂ ਘਰ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਪੜ੍ਹ ਲਓ ਇੱਕ ਵਾਰੀ, ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰ ਕੇ ਕਿਸੇ ਨੂੰ ਮੁਕਤੀ ਮਿਲੀ ਹੈ? ਜਿੰਦਿਆਂ ਦੀ ਮੁਕਤੀ ਮਿਲੇਗੀ। ਅਸੀਂ ਹੁਣ ਮਰਨ ਤੋਂ ਬਾਅਦ ਅਰਦਾਸ ਕਰ ਦੇਣਾ ਜੀ ਸਾਨੂੰ ਚਰਨਾਂ ਵਿੱਚ ਥਾਂ ਦੇਣਾ। ਤੇ ਅਸੀਂ ਹੋ ਸਕਦਾ ਅੱਜ ਵੀ ਅਰਦਾਸ ਕਰੀਏ, ਕਈ ਸਾਲਾਂ ਬਾਅਦ ਵੀ, ਅੱਜ ਤੇ ਅਰਦਾਸ ਕਰਨੀ ਬਣਦੀ ਨਹੀਂ। ਜੇ ਅਸੀਂ ਬਜ਼ੁਰਗਾਂ ਦੀ ਯਾਦ ਵਿੱਚ ਬੈਠੇ ਹਾਂ, ਜੇ ਉਹਨਾਂ ਦਾ ਜੇ ਉਹ ਚਲਾਣਾ ਕੀਤਾ ਉਹਨਾਂ ਨੇ ਕੋਈ 10 ਸਾਲ ਪਹਿਲੇ ਜਾਂ 5 ਸਾਲ ਪਹਿਲੇ ਜਾਂ 2 ਸਾਲ ਪਹਿਲੇ, ਤੇ ਅਸੀਂ ਅੱਜ ਅਰਦਾਸ ਕਰ ਰਹੇ ਹਾਂ, ਇਹਦਾ ਮਤਲਬ ਅਸੀਂ ਇਹ ਮੰਨ ਰਹੇ ਹਾਂ ਕਿ 2 ਸਾਲ ਤੋਂ ਉਹ ਅਜੇ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ, ਅਜੇ ਉਹਨਾਂ ਨੂੰ ਚਰਨਾਂ ਵਿੱਚ ਥਾਂ ਨਹੀਂ ਮਿਲਦੀ। ਇਹ ਸਾਡੀ ਮਿਸਟੇਕ ਹੈ। ਜੇ ਮਿਲਣੀ ਹੈ ਤਾਂ ਉਸੇ ਵੇਲੇ ਮਿਲ ਜਾਣੀ। ਸਾਡੇ 2 ਸਾਲ ਬਾਅਦ 4 ਸਾਲ ਬਾਅਦ ਅਰਦਾਸ ਕਰਨ ਨਾਲ ਨਹੀਂ ਹੋਣਾ। ਤੇ ਅਸੀਂ ਕਈ ਯੁਗਾਂ ਤੱਕ ਅਰਦਾਸ ਕਰਦੇ ਰਹਿੰਦੇ ਹਾਂ। ਹਰ ਸਾਲ ਅਸੀਂ ਵਰੀਨੇ ਕਰਦੇ ਹਾਂ, ਹਰ ਸਾਲ ਅਸੀਂ ਯਾਦ ਮਨਾਉਂਦੇ ਹਾਂ, ਤੇ ਹਰ ਸਾਲ ਅਸੀਂ 10 ਸਾਲ ਬਾਅਦ ਵੀ, 20 ਸਾਲ ਬਾਅਦ ਵੀ, 30 ਸਾਲ ਬਾਅਦ ਵੀ ਅਰਦਾਸ। ਮੇਰੇ ਉਸ ਦਿਨ ਇੱਕ ਵੀਰ ਜੀ ਮਿਲੇ, ਗੁਰਦੁਆਰਾ ਚੀਜ਼ ਮਿਲੇ, ਉੱਥੇ ਗਿਆ, ਕਹਿੰਦੀ ਮੇਰੇ ਪਿਤਾ ਜੀ ਨੂੰ ਗਏ 55 ਸਾਲ ਹੋ ਗਏ ਨੇ, ਯਾਦ ਮਨਾਉਣੀ। ਮੈਂ ਕਿਹਾ ਜੀ ਮਨਾ ਲਓ। ਤੇ ਕਹਿੰਦਾ ਜੀ ਅਰਦਾਸ ਕਰਨਾ ਚਰਨਾਂ ਵਿੱਚ ਨਿਵਾਸ ਬਖਸ਼ਣ। ਮੈਂ ਉਹਨਾਂ ਨੂੰ ਕਹਿ ਹੀ ਦਿੱਤਾ। ਫਿਰ ਮੈਂ ਕਿਹਾ ਜੀ ਹੁਣ ਤੱਕ ਨਿਵਾਸ ਨਹੀਂ ਬਖਸ਼ਿਆ ਮਹਾਰਾਜ ਨੇ। 55 ਸਾਲ ਤੋਂ ਤੁਹਾਨੂੰ ਕੀ ਲੱਗਦਾ ਤੁਹਾਡੇ ਪਿਤਾ ਜੀ, ਜੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਨਾਮ ਜਪਿਆ ਹੋਇਆ, ਬਾਣੀ ਪੜ੍ਹੀ ਹੋਈ, ਤੇ ਨਿਵਾਸ ਮਹਾਰਾਜ ਨੇ ਤੁਹਾਡੇ ਕਈ ਬਣਾ ਵੀ ਦੇ ਦੇਣਾ। ਉਹਦਾ ਤੇ ਫਿਰਦਾ। ਅਸੀਂ ਕੌਣ ਹੁੰਦੇ ਆ ਕਹਿਣ ਵਾਲੇ? ਆ ਅਸੀਂ ਹਾਂ ਕਹਿੰਦੇ ਆ ਵੀ ਚਲੋ ਸੰਗਤ ਦੀ ਅਰਦਾਸ ਹੈ, ਪਰ ਇੱਕ ਗੱਲ ਦੱਸੋ, ਤੁਸੀਂ ਹਰ ਇੱਕ ਵਸੇ ਅਰਦਾਸ ਕਰੀ ਜਾ ਰਹੇ ਹੋ ਆਪਕੀ ਵਾਰ ਬਖਸ਼ ਬੰਦੇ ਕੋ। ਅਰਦਾਸ ਇਹ ਆਪਣੇ ਵਸੇ ਹੈਗੀ ਹੈ। ਜਿੰਦਿਆਂ ਜੀ ਦੇ ਸਾਰੇ ਕੰਮ ਹੈਗੇ ਨੇ। ਇਹ ਅਰਦਾਸ ਆਪਣੇ ਵਸੇ ਕੀਤੀ ਹੈ। ਇਹ ਥੋੜੀ ਕਿਸੇ ਹੋਰ ਵਸੇ ਮੈਂ ਅਰਦਾਸ ਕਰ ਲਵਾਂਗਾ। ਜੇ ਮੈਂ ਉਹ ਜੇ ਕਰਮ ਕੀਤੇ ਨਹੀਂ, ਮੈਂ ਸਾਰੀ ਉਮਰ ਸ਼ਰਾਬ ਪੀਂਦਾ ਰਹਾਂ, ਮੈਂ ਸਾਰੀ ਉਮਰ ਕੋ ਗਰਮ ਕਰਦਾ ਰਹਾਂ, ਵਿਕਾਰਾਂ 'ਚ ਫਸਿਆ ਰਹਾਂ, ਤੇ ਮੇਰੀ ਕੋਈ ਅਰਦਾਸ ਕਰ ਦੇਵੇ ਤਾਂ ਮੈਂ ਮੁਕਤ ਹੋ ਜਾਵਾਂਗਾ। ਇਹ ਤਾਂ ਕਿੱਥੇ ਵੀ ਨਹੀਂ ਲਿਖਿਆ। ਜਾਂ ਤੁਸੀਂ ਕਹਿੰਦੇ ਹੋ ਸੋਦਤ ਸੋਦਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਇਹ ਤੇ ਗੱਲ ਉੱਥੇ ਝੂਠ ਹੋ ਗਈ। ਫਿਰ ਗੁਰਬਾਣੀ ਨਹੀਂ। ਆਪਾਂ ਆਪਣੇ ਵਿਸ਼ੇ ਤੇ ਆਈਏ, ਮੇਰੇ ਕੋਲ ਸਮਾਂ ਥੋੜਾ ਹੈਗਾ ਜੀ। ਹੁਣ ਕੀ ਕਹਿ ਰਿਹਾ ਅਸੀਂ? ਇੱਕ ਵਾਰ ਸਾਰੇ ਰੱਖੋ, ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਹੈ ਜੀ, ਮੈਂ ਕਲੀਅਰ ਹਾਂ ਇਸ ਗੱਲ 'ਚ। ਅਸੀਂ ਜਦੋਂ ਬੰਦੇ ਦਾ ਸੁਭਾਅ ਬਦਲਦਾ ਹੈ, ਬਾਬਾ ਬੋਲਤੇ ਤੇ ਕਹਾਂ ਗਏ, ਇਹ ਗੱਲ ਸਮਝ ਲੈਣਾ। ਇਸ ਤੋਂ ਬਾਅਦ ਸਾਰਾ ਜਾਂ ਸੰਖੇਪ ਵਿੱਚ ਕਰਕੇ ਆਪਾਂ ਚੱਲਾਂਗੇ ਅੱਗੇ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਪਹਿਲੇ ਹਮੇਸ਼ਾ ਦੇਹੀ ਨਾਲ ਰਹਿੰਦਾ ਸੀ, ਹਮੇਸ਼ਾ ਦੇਹੀ ਬਾਰੇ ਸੋਚਦਾ ਸੀ, ਹਮੇਸ਼ਾ ਦੇਹੀ ਦੀਆਂ ਗੱਲਾਂ ਕਰਦਾ ਸੀ। ਚਲੋ ਚਲੀਏ, ਹੁਣ ਜਾਣਾ ਕਿਨੇ ਹੈ? ਦੇਹੀ ਨੇ ਜਾਣਾ। ਚਲੋ ਰੋਟੀ ਖਾ ਲਈਏ, ਕਿਨੇ ਖਾਣੀ ਹੈ? ਦੇਹੀ ਨੇ ਖਾਣੀ ਹੈ। ਚਲੋ ਕੱਪੜੇ ਪਾ ਲਈਏ, ਕਿਨੇ ਪਾਣੇ ਨੇ? ਦੇਹੀ ਨੇ ਖਾਣੇ ਨੇ। ਦੇਹੀ ਕੇ ਸੰਗ ਰਹਤੇ।
ਉਹ ਹਰ ਕੰਮ ਜਿਹੜਾ ਕਰਦਾ ਸੀ ਉਹ ਕਿਸ ਤਰ੍ਹਾਂ ਕਰਦਾ ਸੀ? ਦੇਹੀ ਨਾਲ, ਦੇਹੀ ਵਾਸਤੇ, ਦੇਹੀ ਦੀ ਖੁਸ਼ੀ ਵਾਸਤੇ, ਦੇਹੀ ਦੀ ਸੁਖ ਵਾਸਤੇ, ਦੇਹੀ ਦੀ ਨਰੇਨਰ ਕਾਹੇ ਪਪੋਰੋ ਦੇਹੀ, ਰੇਨਰ ਕਾਹੇ ਪਪੋਰੋ ਦੇਹੀ। ਪਪੋਰੋ ਮਤਲਬ ਪਲੋਸੋ, ਇੰਗਲਿਸ਼ ਵਿੱਚ ਕਹਿੰਦੇ ਨੇ ਪੈਂਪਰ ਕਰਨਾ, ਅੰਗਰੇਜ਼ੀ ਦਾ ਸ਼ਬਦ ਹੈ ਪੈਂਪਰ ਕਰਨਾ। ਇਹ ਪੈਂਪਰ ਤੋਂ ਪਪੋਰੋ ਬਣਿਆ ਜਾਂ ਪਪੋਰੋ ਤੋਂ ਪੈਂਪਰ ਬਣਿਆ, ਮੈਨੂੰ ਨਹੀਂ ਪਤਾ, ਮਤਲਬ ਇੱਕੋ ਹੀ ਹੈ ਕਿ ਤੁਸੀਂ ਬੜਾ ਆਪਣੇ ਦੇਹ ਨੂੰ ਸਵਾਰ ਕੇ ਰੱਖਦੇ ਹੋ, ਬੜਾ ਪਿਆਰ ਕਰਦੇ ਹੋ, ਇਹਨੂੰ ਬੜਾ ਧਿਆਨ ਰੱਖਦੇ ਹੋ ਇਹਦਾ। ਰੇਨਰ ਕਾਹੇ ਪਪੋਰੋ ਦੇਹੀ, ਇਹ ਕੀ ਹੈਗਾ? ਉੱਡ ਜਾਏਗਾ ਧੂਮ ਬਾਦਰੋ, ਧੂਏ ਦਾ ਬਾਦਰ ਹੈਗਾ, ਉੱਡ ਜਾਏਗਾ, ਇੱਕ ਦਿਨ ਖਤਮ ਹੋ ਜਾਏਗਾ। ਇੱਕ ਭਾਜੋ ਰਾਮ ਸਨੇਹੀ, ਭਜੋ ਗੋਬਿੰਦ, ਇਹ ਧਿਆਨ ਰੱਖੋ। ਇੱਕ ਭਾਜੋ ਰਾਮ ਸਨੇਹੀ, ਜਿਹੜਾ ਪਿਆਰਾ ਰਾਮ ਹੈਗਾ ਨਾ, ਪਰਮੇਸ਼ਵਰ ਹੈਗਾ, ਉਹਦਾ ਨਾਮ ਜਪੋ, ਸ਼ਬਦ ਨੂੰ ਆਰਾਧੋ, ਸ਼ਬਦ ਨੂੰ ਆਰਾਧੋ, ਸ਼ਬਦ ਦੇ ਰਾਹੀਂ ਗੁਰੂ ਨੂੰ ਯਾਦ ਕਰੋ, ਸ਼ਬਦ ਨੂੰ ਆਰਾਧੋ, ਕਿਉਂਕਿ ਸ਼ਬਦ ਵਿੱਚ ਉਹ ਤਾਕਤ ਹੈ ਜੋ ਤੁਹਾਨੂੰ ਦੇਹੀ ਦੇ ਅਧਿਆਸ ਤੋਂ, ਦੇਹੀ ਦੇ ਪਿਆਰ ਤੋਂ ਤੋੜ ਸਕਦਾ ਹੈ। ਜੀਨਾ ਜੀ ਦੇਹੀ ਤੋਂ ਮੁਕਤ ਹੋਣਾ ਹੈ। ਮੁਕਤ ਹੋਰ ਕੀ ਹੋਣਾ ਹੈ? ਮੁਕਤੀ ਹੋਰ ਕੀ ਹੁੰਦੀ ਹੈ? ਕੋਈ ਜਦੋਂ ਮੁਕਤੀ ਹੁੰਦੀ ਹੈ ਉਹਦਾ ਕੋਈ ਅਲੱਗ ਤੋਂ ਥੋੜੀ ਦਾੜਾ ਹੋ ਜਾਂਦਾ ਹੈ ਜਾਂ ਉਹਦੇ ਕੋਈ ਸਿੰਘ ਆ ਜਾਂਦੇ ਨੇ। ਕੀ ਹੁੰਦਾ ਹੈ ਮੁਕਤੀ? ਬੰਦਾ ਉਹੀ ਦੇਖਣ ਨੂੰ, ਉਹੀ ਅੱਖਾਂ ਨੇ, ਉਹੀ ਹੱਥ ਨੇ, ਉਹੀ ਪੈਰ ਨੇ, ਅੱਗੇ ਚੱਲਨੇ ਆ। ਬਾਬਾ ਬੋਲਤੇ, ਹੁਣ ਉਹ ਬੋਲਦੇ ਨਹੀਂ। ਹੁਣ ਕਿਉਂ ਨਹੀਂ ਬੋਲਦੇ? ਹੁਣ ਕਿਉਂ ਨਹੀਂ ਬੋਲਦੇ? ਹੁਣ ਫਿਜ਼ੂਲ ਦੀਆਂ ਗੱਲਾਂ ਨਹੀਂ ਕਰਦੇ। ਜੇ ਗੱਲ ਕਰ ਦਿੰਦੇ ਕੇਵਲ ਆਪਣੇ ਗੁਰੂ ਦੀ, ਫਿਜ਼ੂਲ ਦੀਆਂ ਗੱਲਾਂ ਨਹੀਂ। ਹੁਣ ਇਹਦੀ ਨਿੰਦਾ, ਉਹਦੀ ਚੁਗਲੀ, ਇਹ ਬੋਲਣਾ ਬੰਦ ਹੋ ਗਿਆ। ਬੋਲਤੇ ਤੇ ਕਹਾਂਗੇ ਉਹ ਕਿੱਥੇ ਗਿਆ ਬੋਲ। ਆਪਾਂ ਕਈ ਵਾਰੀ ਕੋਈ ਬੰਦਾ ਮਿਲਦਾ ਨਾ ਬੜੇ ਚਿਰ ਬਾਅਦ, ਤੇ ਉਹ ਬੋਲ ਨਹੀਂ ਰਿਹਾ ਹੁੰਦਾ, ਉਹ ਪਹਿਲੇ ਬੜੀਆਂ ਗੱਲਾਂ ਕਰਦਾ ਸੀ, ਕਹਿੰਦੇ ਯਾਰ ਉਹ ਬੰਦਾ ਕਿੱਥੇ ਗਿਆ, ਜਿਹੜਾ ਤੂੰ ਬਦਲ ਹੀ ਗਿਆ ਬਿਲਕੁਲ। ਬੰਦਾ ਕਹਿਣਾ ਨਹੀਂ ਸੀ, ਉਹ ਕਿੱਥੇ ਗਿਆ, ਉਹ ਪਰਮਜੀਤ ਕਿੱਥੇ ਗਿਆ, ਉਹ ਬਲਜੀਤ ਕਿੱਥੇ ਗਿਆ, ਉਹ ਪ੍ਰਿੰਸ ਕਿੱਥੇ ਗਿਆ ਸੀ ਜਿਹੜਾ ਪਹਿਲੇ ਹੁੰਦਾ ਸੀਗਾ। ਐਵੇਂ ਕਹਿੰਦੇ ਅਸੀਂ ਗੱਲਾਂ ਕਰਦੇ ਹਾਂ ਕਈ ਵਾਰੀ ਵੀ ਉਹ ਕਿੱਥੇ ਗਿਆ, ਉਹ ਹੀ ਮਾਰ ਕੇ ਰਹਿਣੇ। ਬਾਬਾ ਬੋਲਤੇ ਤੇ ਕਹਾਂ ਗਏ, ਉਹ ਕਿੱਥੇ ਗਿਆ ਜਿਹੜਾ ਉਹ ਅੰਦਰ ਪਹਿਲੇ ਬੜੀਆਂ ਗੱਲਾਂ ਕਰਦਾ ਸੀ, ਬੜੀਆਂ ਮੋਦੀ ਸ਼ੋਦੀ ਦੀਆਂ ਗੱਲਾਂ ਕਰਦਾ ਸੀ, ਰਾਹੁਲ ਗਾਂਧੀ ਬੜੀਆਂ ਪੋਲਿਟਿਕਸ ਦੀਆਂ ਵਿਚਾਰਾਂ ਕਰਦਾ ਸੀ, ਰੋਜ਼ ਅਖਬਾਰ ਪੜ੍ਹਦਾ ਸੀ। ਸਵੇਰੇ ਉੱਠਦੇ ਅਸੀਂ ਅਖਬਾਰ ਚੁੱਕ ਲੈਂਦੇ। ਯਾਰ ਨਿਤਨੇਮ ਕਰਨ ਦਾ ਹੁਕਮ ਹੈ, ਅਖਬਾਰ ਪੜ੍ਹਨ ਦਾ ਹੁਕਮ ਮੈਨੂੰ ਦੱਸੋ। ਸਵੇਰੇ ਉੱਠਦੇ ਹੀ ਮੈਂ ਇਹੋ ਜਿਹੇ ਬੰਦੇ ਜਾਣਨਾ ਜਿਹੜੇ ਵਾਸ਼ਰੂਮ ਜਾਂਦੇ ਨੇ, ਸਵੇਰੇ ਅਖਬਾਰ ਚੁੱਕ ਕੇ ਨਾਲ ਲੈ ਜਾਂਦੇ ਨੇ ਅੰਦਰ, ਸੱਚੀ ਮੁੱਚੀ। ਉੱਥੇ ਅੱਧਾ ਪੌਣਾ ਘੰਟਾ ਬੈਠੇ ਅਖਬਾਰ ਪੜ੍ਹਦੇ ਰਹਿੰਦੇ ਨੇ। ਗੁਰੂ ਕਿਰਪਾ ਕਰੇ, ਅਸੀਸ ਬਖਸ਼ੇ ਸਾਨੂੰ, ਇੰਨੀ ਸਮਝ ਆਵੇ। ਦੇਸ਼ ਚਲਾਉਣਾ ਤੁਸੀਂ ਕੋਈ, ਜੇ ਤੁਸੀਂ ਅਖਬਾਰ ਨਾ ਪੜ੍ਹੀ ਤਾਂ ਦੇਸ਼ ਨਹੀਂ ਚੱਲੇਗਾ। ਤੇ ਟੀਵੀ ਵੀ ਦੇਖਣਾ ਵੀ ਮੈਂ ਇਹੋ ਜਿਹੇ ਵੀਰ ਵੀ ਹੈਗੇ ਨੇ, ਮੈਂ ਨਿਊਜ਼ ਜ਼ਰੂਰ ਦੇਖਣੀ ਆ ਰੋਜ਼ ਸਵੇਰੇ ਅੱਧਾ ਘੰਟਾ, ਰੋਜ਼ ਸ਼ਾਮੀ ਅੱਧਾ ਘੰਟਾ। ਜੇ ਤੁਸੀਂ ਨਿਊਜ਼ ਨਾ ਦੇਖੀ ਤੇ ਕੀ ਟੀਵੀ ਨਹੀਂ ਚੱਲਣਗੇ? ਜਦੋਂ ਕਹਿਣਾ ਹੀ ਨਹੀਂ ਇਹ ਗੱਲਾਂ ਹੁਣ ਕਹਿੰਦਾ ਕਿੱਥੇ ਗਈਆਂ? ਬਾਬਾ ਬੋਲਤੇ ਤੇ ਕਹਾਂ ਗਏ। ਦੇਹੀ ਕਿਸ ਸੰਗ ਰਹਤੇ, ਦੇਹੀ ਦੀਆਂ ਗੱਲਾਂ ਸਾਰੀਆਂ, ਦੇਹ ਦੀ ਕਥਾ ਵਾਰਤਾ, ਦੇਹ ਦੀ ਵਿਚਾਰ, ਦੇਹ ਬਾਰੇ ਸੋਚਣਾ। ਦੇਹੀ ਕਿਸ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਜਿਹੜੀ ਸੁਰਤ ਵਿੱਚ ਹਰ ਵੇਲੇ ਗੱਲਾਂ ਚੱਲਦੀਆਂ ਸੀ। ਅੱਛਾ ਇੰਨੇ ਪੈਸੇ ਹੋ ਜਾਣੇ, ਇੰਨੇ ਪੈਸੇ ਹੋ ਜਾਣਗੇ, ਅਸੀਂ ਇਹ ਕੰਮ ਕਰ ਲਈਏ, ਉਹ ਕੰਮ ਕਰ ਲਈਏ। ਇੱਥੇ ਬੈਠੇ ਵੀ ਅਜੇ ਤੁਹਾਡੀ ਸਾਰੀ ਦੀ ਸੁਰਤ ਵਿੱਚ ਨਿਰਤੇ ਹੋ ਰਿਹਾ ਨਹੀਂ ਹੋ ਰਿਹਾ? ਮੈਨੂੰ ਦੱਸੋ। ਅਜੇ ਵੀ ਸਭ ਦੀ ਸੁਰਤ ਵਿੱਚ ਨਿਰਤੇ ਹੋ ਰਿਹਾ। ਨਿਰਤੇ ਮਤਲਬ ਨਾਚ। ਅਜੇ ਵੀ ਵਿਚਾਰਾਂ, ਸੁਰਤ ਵਿੱਚ ਨਿਰਤਾ ਕੀ ਹੁੰਦਾ? ਸੁਰਤ ਵਿੱਚ ਵਿਚਾਰਾਂ ਚੱਲ ਰਹੀਆਂ ਨੇ, ਕੋਈ ਨਾ ਕੋਈ ਵਿਚਾਰ ਚੱਲ ਰਹੀ ਹੈ। ਅਜੇ ਇਸ ਤੋਂ ਬਾਅਦ ਇਹਨਾਂ ਨੇ ਚਰਨਜੀਤ ਵਿਜੇ ਨੇ ਕਿਹਾ ਸੀ 12:15 ਭੋਗ ਪਾ ਦਾਂਗੇ, ਲੇਟ ਕਰਤਾ ਪ੍ਰੋਗਰਾਮ। शब्द नहीं चल रहा, मन दसो। सुरत माए जो नृत्य करते, कथा वार्ता कहते, बड़िया गल्लां करदा सी, ज्ञान दी गल्लां भी करदा सी। हुण ओह गल्लां भी नहीं करदे, हुण ओह गल्लां नहीं करदा। बजावन हारो कहाँ गए हो, अगे आएगा। ਉਹ ਜਿਹੜਾ ਵਜਾਉਂਦਾ ਸੀ ਹਰ ਵੇਲੇ, ਜਿਹੜੇ ਮਾਈਕ ਫੁਰਨੇ ਆਉਂਦੇ ਸੀਗੇ, ਜਿਹੜੇ ਬਿਜ਼ਨਸ ਦੇ ਫੁਰਨੇ ਆਉਂਦੇ ਸੀਗੇ, ਬਈ ਇੰਨੇ ਕਰੋੜ ਇਕੱਠੇ ਕਰ ਲਈਏ, ਇੰਨੇ ਲੱਖ ਇਕੱਠੇ ਕਰ ਲਈਏ, ਸਹਿਜ ਖਟੇ ਲੱਖ ਕੋੜ ਤਾਵੇ ਤ੍ਰਿਪਤ ਨਾ ਆਵੇ, ਉਹ ਜਿਹੜਾ ਹਰ ਵੇਲੇ ਅੰਦਰ ਚੱਲਦਾ ਸੀ, ਹਰ ਵੇਲੇ ਅੰਦਰ ਚੱਲਦਾ, ਹੁਣ ਉਹ ਨਹੀਂ ਹੈ। ਜਿਹਦੀ ਅਵਸਥਾ ਬਣ ਗਈ ਉਹਦੀ, ਮੇਰੀ ਤੇ ਤੁਹਾਡੀ ਗੱਲ ਨਹੀਂ ਹੋ ਰਹੀ, ਤੁਹਾਡੇ ਚੋਂ ਕੋਈ ਗੁਰੂ ਦੀ ਕਿਰਪਾ ਵਾਲਾ ਹੋਵੇ, ਮੰਨਦੇ ਮੈਂ ਨਹੀਂ ਹਾਂ, ਤੇ ਉਹ ਅਵਸਥਾ ਜਿਹਦੀ ਬਣ ਗਈ, ਜਿਹੜੀਆਂ ਹੁਣ ਇਹ ਗੱਲਾਂ ਹਰ ਵੇਲੇ ਕੈਲਕੂਲੇਸ਼ਨ ਨਹੀਂ ਸੋਚਦਾ। ਸਵੇਰੇ ਸਵੇਰੇ ਮੈਂ ਦੇਖਿਆ ਨੇ ਵੀਰ ਬੜੇ ਪਿਆਰ ਵਾਲੇ, ਮੈਂ ਸੋਚਿਆ ਕਿਸੇ ਦੇ ਘਰ ਗਿਆ ਨਿਤਨੇਮ ਕਰਨ ਵਾਸਤੇ, ਚਲੋ ਇਕੱਠੇ ਬੈਠ ਕੇ ਕਰਦੇ ਹਾਂ। ਮੈਂ ਉੱਥੇ ਗਿਆ ਤੇ ਸਵੇਰੇ ਅਕਾਊਂਟ ਖੋਲ ਕੇ ਬੈਠਾ। ਮੈਂ ਕਿਹਾ ਇਹ ਕੀ ਸਵੇਰੇ 4:30 ਦਾ ਟਾਈਮ, 4:15 ਦਾ 4:30 ਦਾ ਟਾਈਮ। ਮੈਂ ਕਿਹਾ ਇਹ ਕੀ? ਕਹਿੰਦਾ ਰਾਤੀ ਨਾ ਹਿਸਾਬ ਕਰਨਾ ਜਾਏਗਾ ਸੀ। ਮੈਂ ਕਿਹਾ ਸਵੇਰੇ ਸਵੇਰੇ ਕਰ ਲਈਏ, ਨਿਤਨੇਮ ਤੋਂ ਪਹਿਲੇ ਕਰ ਲਈ। ਮੈਂ ਕਿਹਾ ਵਾਹ,
ਅਸੀਂ ਸੋਚਦਾ ਵੀ ਨਾਸ਼ਤਾ ਕਰਨ ਤੋਂ ਪਹਿਲਾਂ ਨਿਤਨੇਮ ਕਰ ਲਈਏ, ਤੇ ਤੂੰ ਹਿਸਾਬ ਕਰਨ ਦਾ ਚੱਕਰ 'ਚ ਪਿਆ ਹੋਇਆ। ਕਹਿੰਦਾ ਉਹ ਫਿਰ ਦਿਮਾਗ 'ਚ ਰਹਿੰਦੀ ਗੱਲ, ਜੇ ਨਾ ਕੀਤਾ ਹੁੰਦਾ ਤੇ। ਉਹ ਮੈਂ ਕਿਹਾ ਨਿਤਨੇਮ ਕਰਨ ਵੇਲੇ ਵੀ ਤੇਰੀ ਸੁਰਤ ਵਿੱਚ ਨਿਰਤੇ ਹੁੰਦਾ ਰਹਿੰਦਾ ਕੋਈ ਨਾ ਕੋਈ। ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਰਤੇ, ਜਿਹੜੇ ਕਹਿੰਦੇ ਸੀ ਹੁਣ ਉਹ ਨਹੀਂ ਹੈਗੇ ਨੇ। ਹੁਣ ਉਹ ਕਿੱਥੇ ਗਏ, ਕਿੱਥੇ ਗਏ? ਹੁਣ ਉਹ ਬੰਦਾ ਨਹੀਂ ਹੈ, ਹੁਣ ਉਹ ਬੰਦਾ ਹੀ ਚੇਂਜ ਹੋ ਗਿਆ, ਦੂਸਰਾ। ਨਾ ਕੋਈ ਚੁਗਲੀਆਂ, ਨਾ ਕੋਈ ਨਿੰਦਾ, ਨਾ ਕੋਈ ਬਖੀਲੀ, ਨਾ ਕਿਸੇ ਨਾਲ ਹੱਸਣਾ ਬੋਲਣਾ, ਫालतू ਬਕਵਾਸ ਕਰਨੀ, ਨਾ ਬਹੁਤ ਸਭ ਚੀਜ਼ਾਂ ਉਹ ਛੁੱਟ ਗਈਆਂ। ਹਾਂਜੀ, ਗगन नगर एक बूंद ना बरखै। इधर हो जाओ एक मिनट। ਜਿਹੜਾ ਗगन ਨਗਰ ਹੈ ਨਾ, ਗगन ਗगन ਇਹ ਗगन ਗगन मतलब ਕਿਉਂ ਕਿਹਾ? ਉੱਚ ਉੱਚਾ ਜਿਹੜਾ ਹੁੰਦਾ, ਜੋ ਬ੍ਰਹਮੰਡੇ ਸੋਈ ਪਿੰਡ ਹੈ। ਜਿਹੜਾ ਹੁਣ ਬ੍ਰਹਮੰਡ ਵਿੱਚ ਗगन ਕਿੱਥੇ ਹੈ ਜੀ? ਉੱਪਰ ਹੈ ਨਾ, ਤੇ ਧਰਤੀ ਥੱਲੇ ਹੈ। ਤੇ ਸਾਡੇ ਇੱਥੇ ਵੀ ਗगन ਤੇ ਧਰਤੀ ਹੋਣੀ ਚਾਹੀਦੀ ਹੈ, ਤੇ ਗगन ਇੱਥੇ ਹੈ ਤੇ ਧਰਤੀ ਇੱਥੇ ਹੈ। ਇਹ ਧੁਨੀ ਵਿੱਚ, ਪੈਰਾਂ ਵਿੱਚ ਨਹੀਂ, ਧੁਨੀ ਵਿੱਚ। ਇੱਥੇ ਦਾ ਸਿਸਟਮ ਹੈਗਾ ਸਾਰਾ। ਧੁਨੀ ਵਿੱਚ ਧਰਤੀ ਹੈ ਤੇ ਇੱਥੇ ਗगन ਹੈ। ਦੇਖੋ ਇਹ ਕੋਈ ਗੱਲਾਂ ਲਿਖਿਆ ਲੁਖਿਆ ਨਹੀਂ ਹੁੰਦੀਆਂ ਕਿੱਥੇ। ਇਹ ਗੁਰੂ ਦੀ ਕਿਰਪਾ ਨਾਲ ਸੰਗਤ ਵਿੱਚੋਂ ਹੀ ਤੁਸੀਂ ਸਾਰੇ ਸਿੱਖਦੇ ਹੋ। ਜਿਹੜਾ ਉਸ ਅਵਸਥਾ ਤੇ ਅਪੜਦਾ ਹੈ, ਮੈਂ ਤਾਂ ਸੁਣਿਆ ਗੱਲਾਂ ਬੋਲ ਰਿਹਾ, ਮੈਂ ਤੇ ਉਸ ਅਵਸਥਾ ਤੇ ਪਹੁੰਚਿਆ ਨਹੀਂ। ਪਰ ਜਿਹਦੇ ਕੋਲ ਸਿੱਖੀਏ, ਜਿਹਦੇ ਕੋਲ ਪੁੱਛੀਏ, ਸਮਝੀਏ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਅਵਸਥਾ ਪ੍ਰਾਪਤ ਕੀਤੀਆਂ ਨੇ, ਜਿਨ੍ਹਾਂ ਨੂੰ ਪਤਾ ਇਸ ਗੱਲ ਦਾ ਵੀ ਇਹ ਹੈ ਕਿ ਗगन ਨਗਰ ਇੱਕ ਬੂੰਦ ਨਾ ਬਰਖੇ। ਇਸ ਗगन ਵਿੱਚ, ਇਸ ਸੁਰਤ ਮੰਡਲ ਵਿੱਚ ਹੁਣ ਇੱਕ ਬੂੰਦ ਵੀ ਵਿਚਾਰ ਨਹੀਂ ਆਉਂਦੀ। ਆਪਾਂ ਰੋਜ਼ ਨਹੀਂ ਗੱਲਾਂ ਕਰਦੇ ਪਏ ਵਿਚਾਰਾਂ ਬੰਦ ਕਰਕੇ ਨਾਮ ਜਪੋ, ਵਿਚਾਰਾਂ ਬੰਦ ਕਰਕੇ, ਕਿਉਂਕਿ ਜਿੱਥੇ ਵਿਚਾਰ ਬੰਦ ਹੁੰਦੀ ਹੈ ਉੱਥੇ ਹੀ ਅਨਾਹਦ ਨਾਦ ਵੱਜਦੇ ਨੇ। ਸੁਨ ਸਮਾਦ ਅਨਹਦ ਤਹਿ ਨਾਦ। ਜਿੱਥੇ ਸੁਨ ਸਮਾਦ ਦਾ ਮਤਲਬ ਸੁਨ ਬਣਿਆ, ਸੁਨ ਮਤਲਬ ਸ਼ੂਨਿਆ ਤੋਂ, ਸ਼ੂਨਿਆ ਸ਼ਬਦ ਤੋਂ ਸੁਨ ਬਣਿਆ। ਸ਼ੂਨਿਆ ਮੀਨਸ ਜ਼ੀਰੋ। ਉੱਥੇ ਕੋਈ ਵਿਚਾਰ ਨਹੀਂ ਹੈ, ਉੱਥੇ ਜ਼ੀਰੋ ਵਿਚਾਰ ਹੈ। ਜਿੱਥੇ ਵਿਚਾਰਾਂ ਬੰਦ ਹੋਣਗੀਆਂ, ਮੈਨੂੰ ਕਹਿੰਦੇ ਨੇ ਵੀ ਗੁਰੂ ਆਵੇ ਗੁਰੂ ਆਵੇ ਗੁਰੂ ਆਵੇ। ਮੈਂ ਕਿਹਾ ਗੁਰੂ ਤੇ ਆਇਆ ਬੈਠਾ, ਉਹ ਤੇ ਵੇਟ ਕਰ ਰਿਹਾ। ਤੁਸੀਂ ਖਾਲੀ ਤੇ ਹੋ, ਸੀਟ ਤੇ ਛੋੜੋ। ਕੋਈ ਆ ਕੇ ਖੜਾ ਹੋ ਜਾਏ ਤੁਹਾਡੇ ਕੋਲ ਵੀ ਮੈਨੂੰ ਬਿਠਾ ਯਾਰ, ਜਗ੍ਹਾ ਦੇ, ਤੇ ਤੁਹਾਡੇ ਅੰਦਰ ਗੁਰੂ ਕੀ ਹੈ? ਅੱਛਾ ਗੁਰੂ ਕੀ ਹੈ? ਗੁਰੂ ਇੱਕ ਵਿਚਾਰ ਹੀ ਤੇ। ਗੁਰੂ ਕੀ ਹੈ? ਵਿਚਾਰ ਹੀ ਹੈ ਨਾ। नहीं, शब्द है ना गुरु, शब्द विचार ही थे। सबसे ऊपर गुरु शब्द विचार ते गुरु शब्द ही विचार है, गुरु विचार है। तो हुण ਉਹ ਜਦੋਂ ਬਾਕੀ ਵਿਚਾਰਾਂ ਹਟਣਗੀਆਂ ਤਾਂ ਹੀ ਤੇ ਗੁਰੂ ਦੀ ਵਿਚਾਰ ਆ ਕੇ ਬੈਠੇਗੀ। ਸਾਰੀਆਂ ਵਿਚਾਰਾਂ ਖਤਮ ਕਰਕੇ ਇੱਕ ਗੁਰੂ ਦੀ ਵਿਚਾਰ ਨੂੰ ਆਪਣੇ ਅੰਦਰ ਥਾਂ ਦੇਣੀ ਹੈ। ਹੁਣ ਉਹਨੇ ਕੀ ਕੀਤਾ, ਉਹਦੀਆਂ ਸਾਰੀਆਂ ਵਿਚਾਰਾਂ ਬੰਦ ਹੋ ਗਿਆ। ਗगन नगर ਇੱਕ ਬੂੰਦ ਨਾ ਬਰਖੈ। ਅੱਗੇ ਜੀ, ਨਾਦ ਕਹਾਂ ਜੋ ਸਮਾਨਾ। ਉਹ ਨਾਦ ਜਿਹੜਾ ਸਮਾਇਆ ਹੋਇਆ ਸੀ, ਪਤਾ ਨਹੀਂ ਕਿੱਥੇ ਸਮਾ ਗਿਆ, ਜਿਹੜਾ ਪਹਿਲੇ ਇੱਥੇ ਹੁੰਦਾ ਸੀ। ਹਰ ਵੇਲੇ ਆਵਾਜ਼ ਵੱਜਦੀ ਸੀ ਕੋਈ ਨਾ ਕੋਈ, ਹਰ ਵੇਲੇ ਵਿਚਾਰ ਵੱਜਦੀ ਸੀ। ਉਹ ਵਿਚਾਰਾਂ ਹੁਣ ਬੰਦ ਹੋ ਗਈਆਂ। ਹੁਣ ਵਿਚਾਰ ਨਹੀਂ ਕੋਈ ਆਉਂਦਾ। ਗੁਰੂ ਦੀ ਕਿਰਪਾ ਨਾਲ ਹੁਣ ਵਿਚਾਰ ਖਤਮ ਹੋ ਗਏ। ਹੁਣ ਉਹ ਬੰਦਾ ਰਿਹਾ ਹੀ ਨਹੀਂ। ਹਾਂਜੀ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਇਹ ਕਿਰਪਾ ਕੀਤੀ ਪਾਰ ਬ੍ਰਹਮ ਪਰਮੇਸ਼ਰ ਮਾਧੋ ਨੇ, ਜਿਨੇ ਉਸ ਪਰਮਹੰਸ ਨੇ, ਵਾਹਿਗੁਰੂ ਨੇ, ਜਿਹਨੇ ਇਹ ਕਿਰਪਾ ਕਰ ਦਿੱਤੀ ਉਸ ਮਨੁੱਖ ਦੇ ਉੱਤੇ, ਜਿਹਨੇ ਉਹ ਵਿਚਾਰ ਬੰਦ ਕਰ ਦਿੱਤੇ। ਕਰਨੀ ਉਹ ਨਹੀਂ ਹੈ, ਕਿਰਪਾ ਕਰਨੀ ਉਹ ਨਹੀਂ ਹੈ। ਇਸ ਕਰਕੇ ਇਹ ਧਿਆਨ ਰੱਖਣਾ ਹੈ ਕਿ ਗੁਰੂ ਦੇ ਬਿਨਾ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਾਇਆ। ਇਹ ਜਿਹੜਾ ਸ਼ਬਦ ਸੀ ਨਾ, ਸਤਿਗੁਰ ਨੇ ਵਿੱਚ ਰੱਖਿਆ ਹੋਇਆ ਸੀ ਪਹਿਲੇ, ਹੁਣ ਪ੍ਰਗਟ ਕਰਕੇ ਸੁਣਾ ਦਿੱਤਾ। ਸ਼ਬਦ ਕੀ ਹੈ? ਸ਼ਬਦ ਕੀ ਹੈ? ਵਾਹਿਗੁਰੂ। ਸ਼ਬਦ ਕੀ ਹੈ? ਵਾਹਿਗੁਰੂ। ਸਤਿਗੁਰ ਵਿੱਚ ਆਪ ਰੱਖਿਓ, ਰੱਖਿਆ ਵੀ ਉਹਨੇ ਆਪ ਹੀ ਸੀ। ਇਸ ਦੇਹੀ ਮੈਂ ਉਹਦਾ ਵਿਸ਼ਰਾਮ ਹੈਗਾ ਨਾ। ਕੀ ਪੜ੍ਹਦੇ ਹੋ? ਨਹੀਂ ਪੜ੍ਹ ਕੇ ਹਟੋ ਸੁਖਮਨੀ ਸਾਹਿਬ ਵਿੱਚ। ਨੌਨਿਧ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸਦਾ ਵਿਸ਼ਰਾਮ। ਇੱਥੇ ਵਿਸ਼ਰਾਮ ਰੱਖਿਆ ਕਿਨੇ ਹੈ? ਗੁਰੂ ਨੇ। ਸਤਿਗੁਰ ਵਿੱਚ ਆਪ ਰੱਖਿਓ, ਤੇ ਉਹਨੇ ਹੀ ਫਿਰ ਕੀ ਕੀਤਾ? ਕਰ ਪ੍ਰਗਟ ਆਪ ਸੁਣਾਇਆ। ਉਹਨੇ ਸੁਣਾਤਾ। ਜਦੋਂ ਪੰਜਾਂ ਪੈਰਾਂ ਤੋਂ ਅੰਮ੍ਰਿਤ ਲੈਂਦੇ ਆ ਤੇ ਕੀ ਕਹਿੰਦੇ ਨੇ? ਗੁਰਮੰਤਰ ਕੀ ਹੈ ਜੀ? ਵਾਹਿਗੁਰੂ 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 ਵਾਹਿਗੁਰੂ, ਇਹ ਜਪਣਾ ਹੈ। ਹਾਂਜੀ, ਬਜਾਵਨ ਹਾਰੋ ਕਹਾਂ ਗਇਓ ਜਿਨ ਇਹੋ ਮੰਦਰ ਕੀਨਾ। कबीर जो हम जंत बजावते
टूट गई सब तार, जो हम जंत बजावते टूट गई सब तार। ਜਿਹੜੇ ਜਨਤਾ ਨਾਲ ਤਾਰਾਂ ਵਜਾਉਂਦੇ ਸੀ ਨਾ, ਜਿਹੜੇ ਮਨ ਦੀਆਂ ਤਾਰਾਂ ਵੱਜਦੀਆਂ ਸੀ, ਜਦ ਤੱਕ ਵੱਜ ਰਿਹਾ ਹੈ ਸਮਝ ਲੈਣਾ, ਜਦ ਤੱਕ ਵੱਜ ਰਿਹਾ ਹੈ ਸਮਝ ਲੈਣਾ ਅਜੇ ਆਪੇ ਹੋਣਾ ਸ਼ੁਰੂ ਨਹੀਂ ਹੋਇਆ। ਇੱਕ ਮੈਂ ਬੇਨਤੀ ਕਰ ਜਾਵਾਂ, ਇੱਕ ਵਾਰ ਸਾਰੇ ਆਖੋ ਸਤਨਾਮ ਸ਼੍ਰੀ वाहेगुरु। जब हम होते जब तक मैं जप रहा, जब तक मैं जप रहा तब तू नहीं। गल कदों बननी है, जदों वो जपे, आपे जपना शुरू करे, आपे जपना। असी नहीं जपांगे, साडे विच ते कमियां ने बहुत सारियां, असी किवें जपीए, साडे कोल ते कुछ भी सही तरह नहीं हुंदा। महाराज तुसी जपना है, जदों असी कहना ना आप जपाए जपे सो नाओ, वो नहीं पढ़ते सी जी नदर करे तां सिमरिया जाए। वो जिहड़ा नदर है ना, वो जपांदा जदों आपा भाव बिल्कुल विचों खत्म हो जाता है। असी नहीं होंदे, असी जपदे जे होंदे, जबान नहीं चल रही होंदी। वो कहंदे ने एक बड़ी प्यारी पंक्ति हैगी है, उत्तर अवगट सरवर नावे, उत्तर अवगट सरवर नावे। उत्तर उत्तर मतलब अवगढ़ तो उतर के सरोवर विच सत्संगत रूपी सरोवर विच इशनान किया। ते फिर जिन्हें किया, जिन्हों संगत मिल गई, संगत का बड़ा गुण जे, संगत को असीं ऐसे समझ लिया असीं शरीर ये हुण बोरी बैठी है, शरीर दी, शरीर का बोरा बैठा इत्थे, जिन्हें बहना सी वो बैठा है। सत्संगत साध पाई वड भागी, जिन्हों मिल गई सही मायने में, सत्संगत साध पाई वड भागी। मन चल तो पयो अरूड़ा, जिहड़ा मन चलायमान सी ना, चलदा सी हर वेले विचारा होनी गल कर रहे हैं, वो अरूड़ा हो गया। अरूड़ा मतलब स्थिर हो गया, अरूड़ा मतलब स्थिर हो गया। हुण उहदे विच कोई विचार नहीं पैदा होंदी। जिहड़ा मन चलदा सी, मन पहले गल्लां करदा सी, हुण भी कर रहा, साढ़े तो हुण भी कर रहे ना। जिदा मन चलायमान नहीं है, जिदा मन नितनेम, बड़ी रूटीन की शिकायत हैगी है, भाई साहब जी मन नहीं लगता, नितनेम करदे मन नहीं लगता, शब्द पढ़दे मन नहीं लगता, संगत विच बैठदे मन नहीं लगता। ते जिहदे ते कृपा हो गई पार ब्रह्म परमेश्वर माधो परम हंस ले सिधाना, जिन्हें कृपा कर दी। ते अगे असीं हुण दोबारा पढ़ना जी। बजावनहारो कहाँ गयो, जिन्हें हो मंदिर की नाप, साखी शब्द सुरत नहीं उपजै, खिंच तेज सब लीना। कबीर जो हम जंत बजावते टूट गई सब तार, हुण तारां टूट गईयां, मोह नहीं रहा, हुण विकार नहीं रहे, क्योंकि फुरने आएंगे तो विकार रहेंगे, फुरना ही कोई नहीं है, विचार ही कोई नहीं है, तो विकार का विचार तो विकार पैदा होंगे, विचार ही कोई नहीं है, विकार का हौमे का दी। हौमे तो यह ना भी मैं आके बैठा इत्थे तो मैनू उन्हें फतेह नहीं बुलाई, मैंने मैं देखा नहीं उन्हें, मैं ये कपड़े पाए उन्हें ये कपड़े पाए, ये चलना शुरू हो गया। जो ये चलना विचार शुरू हो गए, जो तो फिर हंकार आएगा। जे किसी को वेख्या तां काम की विचार आएगी, जे किसी को कपड़े वेखे तां लोभ की विचार आएगी, जे किसी की माया वेखी तां लोभ की विचार आएगी, जे किसी को वेख्या तो मोह पैदा होएगा। जो वो विचार ही नहीं आई, जो विचार ही खत्म हो गए, टूट गई सब तार, ते जंत विचारा क्या करे, चले बजावन हार। वो जिहड़ा मन सी ना, वो हुण निकल गया विचों, मन खत्म हो गया। ये सारा रौला मन का है जी, जे मन विच जिहड़े फुरने ने उहदा रौला है। जे मन का रौला खत्म हो जाए, मन के फुरने मुक जाण, ते फिर वो प्राप्ति हैगी। हाँ जी। श्रवणन विकल भय संग तेरे, श्रवणन 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 कन विकल भय, हुण वो काम नहीं करते, जिहड़े तेरे संग हुंदे सीगे, हुण वो कन हुण सुननों हट गए, कि डोरा हो गया नहीं, हुण गल्लां ही नहीं सुनता, हुण कोई गल सुना ही दिंदी ही नहीं। कबीर गूंगा हुआ बावरा
बहरा हुआ कान पाँवों ते पिंगल पया ये हुण जिहड़ा पान लगा पानी दा बहरा हुआ कान गूंगा हुआ बावरा मुंह तो नहीं बोलता अगे भी आया अजे श्रवणन बिकल भए संग तेरे ਜਿਹੜੇ ਸ਼ਰਵਣ ਸੀ ਤੇਰੇ ਸੰਗ ਲੱਗੇ ਸੀਗੇ ਹਰ ਵੇਲੇ ਗੱਲਾਂ ਸੁਣਨਾ ਸੀਗਾ ਤੇ ਚਾਹ ਹੁੰਦਾ ਸੀ ਅੱਛਾ ਜਿਵੇਂ ਹੀ ਕੋਈ ਚੁਗਲੀ ਕਰੇ ਨਾ ਤੇ ਫਟ ਇਨ ਕਰਕੇ ਬਹਿ ਜਾਂਦਾ ਸੀਗਾ ਅਟੈਂਟਿਵ ਹੋ ਕੇ ਮੈਂ ਮਹਾਰਾਜ ਨੂੰ ਪੁੱਛਿਆ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਕਹਿੰਦੇ ਗੁਰਸਿੱਖ ਸੁਣ ਭਾਈ ਗੁਰਦਾਸ ਜੀ ਅੰਦਰ ਸਿਆਣਾ ਬਾਹਰੋਂ ਭੋਲਾ ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣੀ ਬੋਲਾ ਸ਼ਬਦ ਦੇ ਇਲਾਵਾ ਕੋਈ ਹੋਰ ਬੋਲ ਨਾ ਸੁਣੇ ਅਸੀਂ ਹੁਣ ਸ਼ਬਦ ਨੂੰ ਛੋੜ ਕੇ ਸਾਰੇ ਬੋਲ ਸੁਣਨੇ ਆ ਤੁਸੀਂ ਕਹੋ ਜੀ ਐਵੇਂ ਸਾਨੂੰ ਬਾਰ-ਬਾਰ ਕਹੀ ਜਾ ਰਹੇ ਹੋ ਅਸੀਂ ਤਾਂ ਬੈਠੇ ਹਾਂ ਸਵੇਰ ਦੇ ਆ ਕੇ ਤੁਸੀਂ ਲੇਟ ਆਏ ਹੋ ਉਹ ਤਾਂ ਸਵੇਰ ਦੇ ਆ ਕੇ ਬੈਠੇ ਆ ਇਹ ਸਰਵਣ ਸੁਣ ਰਹੇ ਨੇ ਸੁਣਨਾ ਤੇ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਲੱਗ ਜਾਂਦਾ ਸੁਣਨ ਨਾਲ ਤੇ ਲੱਗਿਆ ਸਾਡਾ ਜੇ ਨਹੀਂ ਲੱਗਿਆ ਆਪਾਂ ਸੁਣਿਆ ਨਹੀਂ ਫਿਰ ਮੈਂ ਤਾਂ ਨਹੀਂ ਕਹਿ ਰਿਹਾ मैं नहीं कह रहा वो ठीक है मुबारक है कबीर के सो कूकिए ना सोइए आसार रात दिवस के कूकने कबू के सुने पुकार सुन लेगा पर वो कूकना इथों नहीं कूकना कहना इथों कूकना कहना ये कूकना चीका मारनिया नहीं इथों कूकना कहना ये कूक हैगी इथों जी हिरदे तो उठती है ना बोलो कोई गल नहीं लेकिन इथों कूको हिरदे तो कूकना है हिरदे तो कूकना है जबान तो भी बोलना ये नहीं और जबान तो मैं नहीं कह रहा रसना जपे ना नाम तिल तिल कर कट्टी है पर केवल रसना नाम नहीं हृदय ही बोले हृदय हर 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 तन उपजी हर जपिए मस्तक पार जियो हृदय तो पैदा होनी हाँ जी श्रवणन बिकल भए संग तेरे इंद्री का बल थाका ਹੁਣ ਕੀ ਹੋ ਗਿਆ ਹੁਣ ਜਿਹੜੇ ਕਾਮ ਦੇ ਇੱਛਾ ਦੇ ਜਿਹੜੇ ਫੁਰਨੇ ਸੀ ਜਿਹੜੇ ਕਾਮ ਇੱਛਾ ਦੇ ਫੁਰਨੇ ਸੀਗੇ ਇੰਦਰੀ ਜਿਹੜਾ ਹਰ ਵੇਲੇ ਕਹਿੰਦੇ ਨੇ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਜਿੱਥੇ ਇੰਦਰੀ ਸਬਲ ਹੋ ਗਈ ਜਿੱਥੇ ਕਾਮ ਵਾਸਨਾ ਪ੍ਰਬਲ ਹੋ ਗਈ ਉੱਥੇ ਵਿਵੇਕ ਬੁੱਧੀ ਨਿਬਲ ਹੋ ਗਈ ਸਬਲ ਦਾ ਉਲਟਾ ਬਲ ਸਮੇਤ ਸਬਲ बल तो बिना निबल इंद्री सबल निबल विवेक बुद्ध परमार्थ परवेश नहीं परमार्थ प्रवेश नहीं फिर परमार्थ विच प्रवेश साफ लिखा और इस करके इंद्री का बल थाका श्रवणन विकल भए संग तेरे इंद्री का बल थाका हुण इंद्री का बल थाका मरण की गल नहीं हो रही शरीर की मौत की गल नहीं हो रही ये सब जिंदिया जी हो रहे ये जिंदिया जी ये अवस्था आंदी है जीवन दे विच कि ऐसा हो जाता है कि कुछ भी इच्छा नहीं कोई ना रसना दे स्वाद नहीं हाँ जी आगे चलो चरण रहे कर टरक परे हैं मुख हो नानक सह बाता इवें डिवाइड कर लो चरण रहे चरण रह गए हुण पैर नहीं चलते कोई हुण जिहड़े सी कर रहे सीगे पांवों ते पिंगल पिया चरण हुण नहीं चलते माड़े पासे नहीं जाते माड़े काम नहीं करते कितने होर जान दी सिर्फ तो सिर्फ एक इच्छा होती है गड्डी चुको तो चलो सीसगंज साहब होर कोई इच्छा ही नहीं चरण रहे होर पासे जान तो चरण रह गए चरण रहे कर डरक परे हैं हाथ भी रह गए और हाथ भी वो काम नहीं करते हाथ भी छुड़ गए उन्होंने कामों तो हाथ केवल वो काम करते हैं जेडे गुरु ने कहे हैं हस्त पुनीत हो गए हाथ हुण पुनीत हो गए क्योंकि गुरु की सेवा में लग गए और होर कोई काम दिल ही नहीं करता काम शाम और कुछ कबीर साहब ने एक पंक्ति लिखी है एक बार आखो सतनाम श्री गुणना तनना सब तजियो है कबीर ਜਿਹੜੇ ਵੀ ਸੰਸਾਰਿਕ ਕੰਮ ਸੀ ਨਾ ਬੁਨਨ ਤਰਨ ਦੇ ਕਬੀਰ ਸਾਹਿਬ ਦੇ ਉਹ ਛੋੜ ਦਿੱਤੇ हर का नाम लिख ले हो शरीर हुण बुनना तनना छोड़ के ते शरीर ते हरि दा नाम लिख लिया ਇਹਦਾ मतलब ये नहीं कि इत्थे हाथां दे कोई हाथां हरि दा नाम लिख लिया
ਇਹਦਾ ਮਤਲਬ ਇਹ ਹੈ ਕਿ ਹੁਣ ਹੱਥ ਵੀ ਉਹ ਕੰਮ ਕਰਦੇ ਨੇ, ਹੱਥਾਂ ਤੋਂ ਵੀ ਪਰਮਾਤਮਾ ਦੇ ਕੰਮ ਹੁੰਦੇ ਨੇ। ਸਰੀਰ ਪੈਰ ਵੀ ਹੁਣ ਪਰਮਾਤਮਾ ਵੱਲ ਜਾਂਦੇ ਨੇ, ਗੁਰਦੁਆਰੇ ਜਾਂਦੇ ਨੇ। ਅੱਖਾਂ ਵੀ ਹੁਣ ਕੇਵਲ ਤੇ ਕੇਵਲ ਹਰੀ ਦਾ ਰੂਪ ਦੇਖਦੀਆਂ ਨੇ। ਉਹਨੂੰ ਪਤਾ ਲੱਗਿਆ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅੱਖਾਂ ਵੀ ਸਭ ਜਗ੍ਹਾ ਤੇ ਲਿਖਿਆ ਗਿਆ ਨਾਮ। ਨਾਮ ਲਿਖਣਾ ਮਤਲਬ ਇਹ ਨਹੀਂ ਹੁਣ ਕਿ ਮੱਥੇ ਤੇ ਉਹਨੇ ਕੋਈ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਲਿਖ ਦਿੱਤਾ, ਜਾਂ ਇੱਥੇ ਕੋਈ ਚੀਜ਼ ਤੇ ਵਾਹਿਗੁਰੂ ਵਾਹਿਗੁਰੂ ਲਿਖ ਦਿੱਤਾ। ਹਰ ਕਾ ਨਾਮ ਲਿਖ ਲਿਓ। ਸਰੀਰ ਹੁਣ ਸਾਰਾ ਸਰੀਰ ਜਿਹੜਾ ਉਹ ਕੇਵਲ ਹਰੀ ਦੇ ਕੰਮ ਹੀ ਕਰਦਾ ਹੈ, ਹਰੀ ਦੇ ਗੁਣ ਹੀ ਗਾਉਂਦਾ ਹੈ, ਹਰੀ ਦੇ ਅਕੋਰਡਿੰਗ ਚੱਲਦਾ ਹੈ, ਗੁਰੂ ਦੇ ਅਕੋਰਡਿੰਗ ਸਾਰੇ ਕੰਮ ਕਰਦਾ ਹੈ। ਜਿਹੜਾ ਗੁਰੂ ਦੇ ਅਕੋਰਡਿੰਗ ਕੰਮ ਕਰ ਰਿਹਾ ਉਹਨੂੰ ਸਮਝਣਾ ਸਰੀਰ ਤੇ ਨਾਮ ਲਿਖਿਆ ਗਿਆ ਉਹਦਾ। ਹੁਣ ਇੱਥੇ ਕੀ ਸੀ, ਇੱਕ ਵਾਰ ਫਿਰ ਪੜ੍ਹ ਦੋ। ਚਰਨ ਰਹੇ ਕਰ ਢਰਕ ਪਰੇ ਹੈ, ਮੁਖੋ ਨਾ ਨਿਕਸੈ ਬਾਤਾ। ਮੁਖੋਂ ਗੱਲਾਂ ਨਹੀਂ ਨਿਕਲਦੀਆਂ ਹੁਣ ਫਿਜ਼ੂਲ ਦੀਆਂ ਗੱਲਾਂ, ਕਿਉਂਕਿ ਬੋਲਤ ਬੋਲਤ ਬੜੇ ਬਿਕਾਰਾ। ਬੋਲੋਗੇ ਬੋਲਤ ਬੋਲਤ ਬੜੇ ਬਿਕਾਰਾ। ਜ਼ਿਆਦਾ ਬੋਲਣ ਨਾਲ ਵਿਕਾਰ ਵੱਧਦੇ ਨੇ। ਮਾਂ ਨੂੰ ਪੁੱਛਿਆ ਥੋੜਾ ਕੰਨੇ ਐਵੇਂ ਕਰ ਲਓ, ਥੋੜਾ ਖਾਣਾ ਸੋਵਣਾ, ਥੋੜਾ ਬੋਲੇ ਗੁਰਮਤਿ ਪਾਏ। ਭਾਈ ਗੁਰਦਾਸ ਜੀ, ਥੋੜਾ ਖਾਣਾ ਸੋਵਣਾ, ਥੋੜਾ ਬੋਲੇ ਗੁਰਮਤਿ ਪਾਏ, ਗੁਰਮੁਖ ਹਿਰਦੇ ਗਰੀਬੀ ਆਵੇ। ਇਹ 6 ਜੋ ਲਿਖਿਆ ਉਹਨਾਂ ਨੇ ਉਹਦੇ ਚੋਂ ਇੱਕ ਹੈਗਾ। ਥੋੜਾ ਖਾਣਾ, ਥੋੜਾ ਸੌਣਾ ਔਰ ਥੋੜਾ ਹੀ ਬੋਲਣਾ। ਕਿਉਂਕਿ ਜ਼ਿਆਦਾ ਹੁਣ ਬੋਲਦਾ ਮੁਖਾਂ ਨਾਲ ਨਿਕਸੇ ਬਾਤਾਂ। ਹੁਣ ਮੈਨੂੰ ਇਹ ਗੱਲਾਂ ਗੁੱਲਾਂ, ਇਹ ਪੋਲਿਟਿਕਸ ਦੀਆਂ ਗੱਲਾਂ, ਇਹ ਵਪਾਰਾਂ ਦੀਆਂ ਗੱਲਾਂ, ਇਹ ਸਭ ਕਰਨ ਵਿੱਚ ਕੋਈ ਰੁਚੀ ਨਹੀਂ ਹੈਗੀ। ਕਿਉਂਕਿ ਪਤਾ ਲੱਗ ਗਿਆ ਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਸੇ ਕਿਉਂ ਕਰੇ ਵਿਥਾਰ। ਉਹ ਕੀ ਇੱਕ ਦੁਕਾਨ ਤੋਂ ਦੂਸਰੀ ਦੁਕਾਨ, ਦੂਸਰੀ ਤੋਂ ਤੀਸਰੀ, ਤੀਸਰੀ ਤੋਂ ਚੌਥੀ ਦੁਕਾਨ ਬਣਾਉਣ ਦਾ ਕੰਮ ਖਤਮ ਹੋ ਗਿਆ। ਹੁਣ ਇੱਛਾ ਨਹੀਂ ਇਸ ਗੱਲ ਦੀ, ਕਿਉਂਕਿ ਪਤਾ ਚਲੇ ਜਾਣਾ, ਪਤਾ ਇਸ ਸੰਸਾਰ ਤੋਂ ਤੁਰ ਹੀ ਜਾਣਾ। ਹਾਂਜੀ। ਥਾਕੇ ਪੰਚ ਦੂਤ ਸਭ ਤਸਕਰ, ਜਿੰਨੇ ਚੋਰ ਸੀ, ਜਿੰਨੇ ਦੂਤ ਸੀ, ਵਿਕਾਰ ਸੀ। ਹਾਂਜੀ। ਆਪ ਆਪਣੇ ਭ੍ਰਮ ਤੇ, ਆਪਣੇ ਆਪਣੀ ਮੌਜ ਵਿੱਚ ਤੁਰੇ ਫਿਰਦੇ ਸੀ ਸਰੀਰ ਦੇ ਵਿੱਚ। ਕਿਤੇ ਕਾਮ ਵਿਆਪਦਾ ਸੀ, ਕਿਤੇ ਕ੍ਰੋਧ ਵਿਆਪਦਾ ਸੀ। ਅੱਛਾ ਹੁਣ ਇੱਕ ਗੱਲ ਦੱਸੋ, ਅਗਰ ਇਹ ਇਸ ਸਰੀਰਕ ਮਰਨ ਦੀ ਗੱਲ ਹੁੰਦੀ ਤੇ ਕੀ ਸਰੀਰਕ ਮੌਤ ਨਾਲ ਸਭ ਦੇ ਤਸਕਰ ਮੁੱਕ ਜਾਂਦੇ ਨੇ? ਮੇਰੀ ਗੱਲ ਸਮਝੀ ਜੋ ਮੈਂ ਬੇਨਤੀ ਕਰਨਾ ਚਾਹ ਰਿਹਾ। ਜੇ ਇਹ ਸਾਰੀਆਂ ਗੱਲਾਂ ਸਰੀਰਕ ਮੌਤ ਦੀਆਂ ਹੁੰਦੀਆਂ ਤੇ ਕੀ ਸਰੀਰਕ ਮੌਤ ਹੋਣ ਨਾਲ ਕੀ ਥਾਕੇ ਪੰਜ ਦੂਤ ਸਭ ਤਸਕਰ, ਸਾਰੇ ਚੋਰ, ਸਾਰੇ ਵਿਕਾਰ ਖਤਮ ਹੋ ਜਾਂਦੇ ਨੇ ਸਰੀਰਕ ਮੌਤ ਹੋਣ ਨਾਲ? ਨਹੀਂ ਹੁੰਦੇ ਨਾ। ਤੇ ਫਿਰ ਇਹਦਾ ਮਤਲਬ ਇਹ ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ। ਇਹਦਾ ਮਤਲਬ ਇਹ ਉਸ ਅਵਸਥਾ ਦੀ ਗੱਲ ਹੋ ਰਹੀ ਹੈ ਜਿੱਥੇ ਕਿਤੇ ਗੁਰੂ ਨੇ ਕਿਸੇ ਨੂੰ ਪਹੁੰਚਾ ਦਿੱਤਾ। ਥਾਕੇ ਪੰਜ ਦੂਤ ਸਭ ਤਸਕਰ। ਹਾਂਜੀ। ਆਪ ਆਪਣੇ ਭ੍ਰਮ ਤੇ, ਜਿਹੜੇ ਆਪਣੀ ਬੜੀ ਮੌਜ ਵਿੱਚ ਭਰਮਦੇ ਸੀ, ਮਾੜੇ ਮਾੜੇ ਕੰਮ ਕਰਾਉਂਦੇ ਸੀਗੇ। ਹਾਂਜੀ ਅੱਗੇ। ਥਾਕਾ ਮਨ ਕੁੰਚਰ ਹੋ ਥਾਕਾ, ਤੇਜ ਸੂਤ ਧਰ ਰਮਤੇ। ਥਾਕਾ ਮਨ ਕੁੰਚਰ, ਜਿਹੜਾ ਮਨ ਹਾਥੀ ਬਣਿਆ ਸੀਗਾ, ਜਿਹੜਾ ਹੰਕਾਰੀ ਮਨ ਬਣਿਆ ਸੀ, ਹੁਣ ਉਹ ਵੀ ਥੱਕ ਗਿਆ। ਕੋਈ ਹੰਕਾਰ ਦੀ ਹੁਣ ਗੱਲ ਨਹੀਂ। ਜਦ ਤੱਕ ਇਹ ਨਹੀਂ ਕੰਮ ਖਤਮ ਹੋਏਗਾ ਨਾ, ਹੰਕਾਰ ਦਾ ਜਿਹੜਾ ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ, ਹਾਂ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ। ਸੁਣਿਆ ਤਾਂ ਸੀ ਉਹਦਾ ਦੇਸ਼ ਬਹੁਤ ਨਿਕਟ ਹੈ। ਉਹਦੇ ਤੇ ਮੇਰੇ ਵਿੱਚ ਇੱਕ ਪਰਦਾ ਹੈ, ਕਿੰਨਾ ਮਹੀਨ ਪਰਦਾ। ਭਾਂਬੀਰੀ ਕੇ ਪਾਤ ਪਾਰ ਦੋ, ਭਾਂਬੀਰੀ ਵਰਗਾ ਪਰਦਾ। ਭਾਂਬੀਰੀ ਕਹਿੰਦੇ ਨੇ ਤਿਤਲੀ ਨੂੰ, ਤਿਤਲੀ ਦੇ ਜਿਹੜੇ ਪੰਖ ਹੁੰਦੇ ਨੇ ਨਾ। ਭਾਂਬੀਰੀ ਕੇ ਪਾਤ ਪਾਰ ਦੋ, ਭਾਂਬੀਰੀ ਦੇ ਪੰਖਾਂ ਵਾਂਗੂ ਇੰਨਾ ਜਿਹਾ ਪਰਦਾ। ਬਿਨ ਪੇਖੇ ਦੂਰ ਆਇਓ, ਦੇਖਿਆ ਨਹੀਂ ਉਹ ਪਰਦਾ, ਪਤਾ ਲੱਗੇ ਤਾਂ ਕਰਕੇ ਦੂਰ ਹੈ ਪਰਮੇਸ਼ਵਰ ਸਾਡੇ ਤੋਂ। ਵੈਸੇ ਪਰਮੇਸ਼ਵਰ ਥੋੜੀ ਦੂਰ ਹੈ। ਅਸੀਂ ਕਹਿੰਦੇ ਆ ਕਿ ਅਸੀਂ ਉਹਦੇ ਕੋਲ ਜਾਣਾ, ਅਸੀਂ ਨਹੀਂ ਉਹਦੇ ਕੋਲ ਪਹੁੰਚ ਸਕਦੇ, ਉਹ ਸਾਡੇ ਕੋਲ ਆ ਸਕਦਾ ਹੈ। ਕੀ ਬੇਨਤੀ ਕੀਤੀ ਮੈਂ? ਅਸੀਂ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦੇ। ਸਾਡੀ ਇੰਨੀ ਹੈਸੀਅਤ, ਇੰਨੀ ਔਕਾਤ ਨਹੀਂ ਹੈ ਕਿ ਅਸੀਂ ਪਰਮੇਸ਼ਵਰ ਤੱਕ ਪਹੁੰਚ ਸਕੀਏ। ਹਾਂ, ਉਹ ਕਿਰਪਾ ਕਰਕੇ ਵਸ ਸੀ, ਉਹ ਆ ਸਕਦਾ। ਤਾਂ ਅਸੀਂ ਬੇਨਤੀਆਂ ਕਰਦੇ ਹਾਂ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ, ਮਨ ਵਸ ਜੀਓ, ਤੂੰ ਆ ਜਾ। ਕਿਉਂਕਿ ਮੈਂ ਜਾਵਾਂ ਤੇ ਕਿੱਥੇ ਜਾਵਾਂ? ਜੇ ਚਲੋ ਮੈਂ ਜਾਣਾ, ਮੈਂ ਪਰਮੇਸ਼ਵਰ ਤੱਕ ਜਾਣ ਵੀ ਲੱਗ ਪਿਆ, ਚਲੋ ਮੈਂ ਕੋਸ਼ਿਸ਼ ਕੀਤੀ ਕਿ ਪਰਮੇਸ਼ਵਰ ਤੱਕ ਮੈਂ ਚਲਾ ਜਾਵਾਂ, ਕਿੱਥੇ ਜਾਵਾਂ? ਕਿੱਥੇ ਜਾਵਾਂਗਾ? ਕਿਤੇ ਜਾਣ ਦੀ ਲੋੜ ਨਹੀਂ ਹੈ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ। ਹੁਣ ਕਾਜ ਉਹ ਨਾ ਸੋਚ ਲੈਣਾ ਕਿ ਕੈਨੇਡਾ ਜਾਣਾ ਹੈ। ਕਾਜ ਹੈ ਇਹ ਕਾਜ, ਯਹੀ ਜਿਸ ਕਾਜ ਕਰਕੇ ਅਸੀਂ ਆਏ ਹਾਂ ਸੰਸਾਰ ਤੇ,
ਜਿਹੜੇ ਕੰਮ ਨੂੰ ਅਵਰ ਕਾਜ ਤੇ ਉਹ ਅਸੀਂ ਜਿਹੜੇ ਸੋਚ ਰਹੇ ਹਾਂ ਉਹ ਕਿਤੇ ਨਾ ਕਾਮ ਹੈਗੇ ਨੇ। ਜਿਹੜੇ ਆਪਾਂ ਸੋਚ ਰਹੇ ਹਾਂ ਬਈ ਇਹ ਕੰਮ ਹੋ ਜਾਏ, ਉਹ ਕੰਮ ਹੋ ਜਾਏ, 2 ਕਾਰਾਂ ਹੋ ਜਾਣ, 4 ਬੈਂਕ ਬੈਲੈਂਸ ਹੋ ਜਾਣ, ਉਹ ਜੋ ਅਸੀਂ ਸੋਚ ਰਹੇ ਹਾਂ ਉਹ ਕਾਜ ਨਹੀਂ। ਬਈ ਮੇਰਾ ਕੰਮ ਕੁਮ ਠੀਕ ਚੱਲੇ ਸਭ, ਉਹ ਕਾਜ ਨਹੀਂ। ਕਾਜ ਕੀ? ਅਵਰ ਕਾਜ ਤੇਰੇ ਕਿਤੇ ਨਾ ਕਾਮ। ਇਹ ਕਾਜ ਜਿਹੜਾ ਤੁਸੀਂ ਹੁਣੀ ਕਰ ਰਹੇ ਹੋ, ਮਿਲ ਸਾਧ ਸੰਗਤ ਭਜ ਕੇਵਲ ਭਜੋ ਗੋਬਿੰਦ, ਇਹਨੂੰ ਨਹੀਂ ਭੁੱਲਣਾ। ਇਹ ਧਿਆਨ ਰੱਖਣਾ, ਭਜੋ ਗੋਬਿੰਦ ਭੂਲ ਮਤ ਜਾਓ। ਇਹ ਧਿਆਨ ਰੱਖਣਾ ਵੀ ਇਹ ਨਾ ਭੁੱਲ ਜਾਏ ਕਿਤੇ। ਹੋਰ ਸਭੇ ਗੱਲਾਂ ਵਿਸਰਨ, ਹੋਰ ਗੱਲਾਂ ਅਗਰ ਭੁੱਲ ਵੀ ਜਾਣ ਤੇ ਕੋਈ ਨੁਕਸਾਨ ਨਹੀਂ ਹੈ। ਤੁਸੀਂ ਅੱਜ ਦੁਕਾਨ ਤੇ ਜਾਣਾ ਕਦੀ ਭੁੱਲਦੇ ਨਹੀਂ ਦੁਕਾਨ ਤੇ ਜਾਣਾ, ਪਰ ਜੇ ਭੁੱਲ ਜਾਓ ਤੇ ਕੋਈ ਗੱਲ ਨਹੀਂ, ਕੋਈ ਨੁਕਸਾਨ ਨਹੀਂ। ਕਦੀ ਐਸਾ ਹੋਇਆ ਵੀ ਅੱਜ ਦੁਕਾਨ ਤੇ ਨਹੀਂ ਗਏ, ਬੜੀ ਕੋਈ ਮਜਬੂਰੀ ਹੋਵੇ, ਬੜੀ ਕੋਈ ਪ੍ਰੋਬਲਮ ਹੋ ਜਾਏ, ਬੜੀ ਕੋਈ ਵੱਡੀ ਗੱਲ ਹੋ ਜਾਏ ਤੇ ਵੱਖਰੀ ਗੱਲ ਹੈ, ਨਹੀਂ ਤੇ ਦੁਕਾਨ ਉਹ ਭੁੱਲਦੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਸਭੇ ਗੱਲਾਂ ਵਿਸਰਨ। ਇਹ ਜਿਹੜਾ ਜਿਹਦੀ ਗੱਲ ਹੋ ਰਹੀ ਹੈ ਨਾ, ਜਿਸ ਅਵਸਥਾ ਦੀ ਗੱਲ ਹੋ ਰਹੀ ਹੈ, ਉੱਥੇ ਹੋਰ ਸਭ ਕੁਝ ਭੁੱਲ ਗਿਆ, ਕੇਵਲ ਇੱਕੋ ਵਿਸਰਨਾ ਜਾਓ, ਇੱਕੋ ਯਾਦ ਹੈ। ਹਾਂਜੀ। ਮਿਰਤਕ ਭਏ ਦਸੈ ਬੰਧ ਛੂਟੇ, ਮਿੱਤਰ ਭਾਈ ਸਭ ਛੋਰੇ। ਦਸੇ ਬੰਦ, 10 ਇੰਦਰੀਆਂ, ਜਿਹੜੇ 10 ਇੰਦਰੀਆਂ ਹੈਗੀਆਂ ਨੇ, ਇਹ ਅੱਖਾਂ, ਇਹ ਕੰਨ, ਇਹ ਸਕਿਨ, ਇਹ ਸਭ ਜਿੰਨੀਆਂ ਇੰਦਰੀਆਂ ਹੈਗੀਆਂ ਸਭ ਛੁੱਟ ਗਏ। ਤੇ ਇਹਨਾਂ ਦੇ ਮਿੱਤਰ ਭਾਈ ਜਿਹੜੇ ਸੀ ਉਹ ਵੀ, ਉਹ ਮਿੱਤਰ ਭਾਈ ਨਹੀਂ ਕਿ ਦੋਸਤ ਯਾਰ ਛੁੱਟ ਗਏ, ਉਹ ਤੇ ਹਾਂ ਹੁਣ ਦੋਸਤ ਉਹ ਵੀ ਛੁੱਟ ਗਏ ਜਿਹੜੇ ਨਿੰਦਾ ਕਰਦੇ ਸੀ, ਚੁਗਲੀਆਂ ਕਰਦੇ ਸੀ। ਹੁਣ ਉਹ ਦੋਸਤ ਨਹੀਂ ਰਹੇ। ਹੁਣ ਦੋਸਤ ਕਿਹਨੂੰ ਬਣਾਇਆ? ਕੇਵਲ ਗੁਰਮੁਖਾਂ ਦੀ ਦੋਸਤੀ, ਕੇਵਲ ਉੱਥੇ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਇਹ ਵੀ ਨਹੀਂ, ਇਹ ਵੀ ਦੇਖੋ ਕਿੰਨਾ ਸੁਚੇਤ ਗੁਰੂ ਸਾਹਿਬ ਨੇ ਸਮਝਾਇਆ ਹੈ। ਕਿੱਥੇ ਦੋਸਤੀ ਕਰ ਲੈਣਾ ਗੁਰਮੁਖ ਨਾਲ, ਚਿੱਤ ਨਾ ਲਾ ਲੈਣਾ ਗੁਰਮੁਖ ਨਾਲ। ਕਿਸੇ ਨਾਲ, ਕਿਸੇ ਗੁਰਮੁਖ ਨਾਲ ਚਿੱਤ ਨਾ ਲਾ ਬੈਠਣਾ ਕਿ ਬਈ ਇਹ ਬੜਾ ਸਾਧੂ ਹੈ, ਬੜਾ ਸੰਤ ਹੈ ਤੇ ਮੈਂ ਇਹਦੇ ਨਾਲ ਹੀ ਚਿੱਤ ਲਾ ਬੈਠਾ। ਗੁਰਮੁਖ ਸਿਉ ਕਰ ਦੋਸਤੀ, ਲੇਕਿਨ ਚਿੱਤ ਲਾਣਾ ਹੈ ਤੇ ਸਤਿਗੁਰ ਸਿਉ ਲਾਏ ਚਿੱਤ। ਅਗਰ ਚਿੱਤ ਲਾਣਾ ਹੈ ਤੇ ਉਹ ਸਤਿਗੁਰ ਨਾਲ ਦੋਸਤੀ ਕਰ ਸਕਦੇ ਹੋ। ਚਲੋ ਠੀਕ ਹੈ, ਵਿਚਾਰ ਵਟਾਂਦਰਾ ਕਰਨਾ ਹੈ, ਗੱਲਬਾਤ ਕਰਨੀ ਹੈ, ਉਹ ਵੀ ਕਿਉਂਕਿ ਗੁਰੂ ਦੀਆਂ ਗੱਲਾਂ ਕਰੇਗਾ, ਇਸ ਕਰਕੇ ਦੋਸਤੀ। ਹਾਂਜੀ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਔਰ ਇੱਥੇ ਨਿਬੜਾ ਵੀ ਕਰਤਾ, ਜੋ ਹਰ ਧਿਆਵੈ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਇੱਥੇ ਆਓ ਸਾਰੇ ਹੁਣ ਤੁਸੀਂ, ਇਹ ਜੀਵਨਿਆਂ ਜੀ ਦੀ ਗੱਲ ਹੈ ਸਾਰੀ। ਜੀਵਤ ਬੰਧਨ ਤੋਰੇ, ਜਿੰਦਿਆਂ ਜੀ ਸਾਰੇ ਬੰਧਨ ਜਿਹੜੇ ਉੱਤੇ ਦੱਸੇ ਨੇ ਕਬੀਰ ਸਾਹਿਬ ਨੇ, ਉਹ ਛੁੱਟ ਜਾਣਗੇ, ਮੁੱਕ ਜਾਣਗੇ, ਵਾਸ਼ਨਾਵਾਂ ਖਤਮ ਹੋ ਜਾਣਗੀਆਂ। ਜਿੰਦਿਆਂ ਜੀ ਮੁਕਤੀ ਹੈ। ਇਸ ਘਰ ਵਿੱਚ ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਈ ਲਾ। ਉਸ ਮੁਕਤੀ ਨੂੰ ਕੋਈ ਨਹੀਂ ਜਾਣਦਾ। ਜਿੰਦਿਆਂ ਜੀ ਜਿਹੜੀ ਮੁਕਤੀ ਹੈ ਉਹਨੂੰ ਜਾਣਦੇ ਆ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ, ਤੁਹਾਨੂੰ ਵੀ ਤੇ ਮੈਨੂੰ ਵੀ ਅਸੀਸ ਬਖਸ਼ੇ। ਸਾਨੂੰ ਇਹ ਗੱਲ ਸਮਝ ਆਵੇ ਕਿ ਅਸਲ ਵਿੱਚ ਮੁਕਤੀ ਹੈ ਕੀ ਹੈ, ਅਸਲ ਵਿੱਚ ਜੀਵਨ ਹੈ ਕੀ ਹੈ। ਕਿਤੇ ਐਸਾ ਨਹੀਂ ਹੈ ਕਿ ਮਰਨ ਤੋਂ ਬਾਅਦ ਕੋਈ ਮੁਕਤੀ ਹੈ, ਮਰਨ ਤੋਂ ਬਾਅਦ ਕੋਈ ਸਵਰਗ ਨਰਕ ਨੇ, ਕੁਝ ਵੀ ਨਹੀਂ ਹੈਗਾ। ਨਾ स्वर्ग बास ना बाछिए, डरिए ना नरक निवास, होना है सो होए है, मने ना कीजे आस। इहदे बारे ते सतगुरु ने क्या गुरबाणी, संतन दो राधे, संतन दो राधे, स्वर्ग क्या नरक क्या स्वर्ग विचारा, संतन दो राधे, हम काहू की कान ना करते, अपने गुर प्रसादे। मतलब किसी की परवाह नहीं है। कान करना, परवाह करनी। कान मीन्स परवाह करनी। मैं कोई स्वर्ग नरक की परवाह नहीं करता। मैं कोई ओदी जिहड़ी अवस्था की गल हो रही है, वो कहता मैं स्वर्ग नरक की परवाह नहीं करता। हुण मनो कोई सानों भी नहीं होनी चाहिए, ना कोई स्वर्ग है ना कोई नरक है साडे वास्ते। गुरु किरपा नाल साडे वास्ते जो है वो यही गुरु ही है। एक प्रीत चरण कमलारे, एक प्रीत राज ना चाहूं मुकत ना चाहूं, मन प्रीत चरण कमलारे। ਇੱਕੋ ਉਹੀ ਪ੍ਰੀਤੀ ਹੋਵੇ, ਕੇਵਲ ਤੇ ਕੇਵਲ ਜਿਹੜੀ ਸੁਰਤ ਹੈ ਉਹ ਸ਼ਬਦ ਵਿੱਚ ਖੂਬੀ ਰਹੇ, ਚੁਭੀ ਰਹੀ ਸੁਰਤ ਪ੍ਰਭ ਚਰਨਾਂ में। ਮਹਾਰਾਜ ਸਾਡੇ ਤੇ ਵੀ ਇਹ ਬਖਸ਼ਿਸ਼ ਕਰੇ, ਸਭ ਨੂੰ ਅਸੀਸ ਬਖਸ਼ੇ। ਭੁੱਲਾਂ ਚੁੱਕਾਂ ਦੀ ਜੋ ਹੋ ਗਿਆ ਮੇਰੇ ਕੋਲੋਂ ਉਹ ਮੈਨੂੰ ਮਾਫ ਕਰ ਦੇਣਾ। ਜੋ ਸ਼ਬਦ ਹੈ, ਸੰਦੇਸ਼ ਹੈ, ਉਹ ਸਤਿਗੁਰ ਜੀ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ ਆਪਾਂ ਸਾਰੇ। ਇੱਕ ਵਾਰ ਫਿਰ ਜੋ ਮਾਤਾ ਜੀ ਦੀ ਅਸੀਂ ਯਾਦ ਵਿੱਚ ਬੈਠੇ ਹਾਂ, ਉਹ ਇਸ ਕਰਕੇ ਬੈਠੇ ਹਾਂ। ਮੈਂ ਫਿਰ ਬੇਨਤੀ ਕਰਦੇ ਹਾਂ, ਸਾਡਾ ਪਰਪਸ ਗੁਰੂ ਨੂੰ ਯਾਦ ਕਰਨਾ ਹੈ। ਉਹਨਾਂ ਨੂੰ ਅਸੀਂ, ਉਹ ਤਾਂ ਇੱਕ ਗੱਲ ਹੁੰਦੀ ਕਿ ਚਲੋ ਕਿਸ ਬਹਾਨੇ ਸੰਗਤ ਇਕੱਠੀ ਹੋਏ, ਇਹਨਾਂ ਨੂੰ ਚਾਅ ਸੀ ਵੀ ਜੀ ਨੂੰ ਆਪਣੇ ਘਰ ਸੰਗਤ ਆਵੇ, ਤੇ ਉਹ ਕੋਈ ਨਾ ਕੋਈ ਗੱਲ, ਚਲੋ ਕੋਈ ਗੱਲ ਨਹੀਂ।
ਤੇ ਸਾਨੂੰ ਅਸੀਂ ਸ਼ਬਦ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਤੇ ਪ੍ਰਵਾਨ ਕਰ ਸਕੀਏ। ਅਸੀਸ ਬਖਸ਼ੋ ਜੀ ਸਾਰੇ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ।